ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ। ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ। ਸਾਧ ਜਨਾਂ ਤੇ ਬਾਰੀ ਸੇ ਰਹਿਣ ਅਕੇਲੜੀਆਂ। ਤਿਨ ਦੁਖ ਨਾ ਕਬਹੂ ਉਤਰੈ ਸੇ ਜਮ ਕੇ ਵਸ ਪੜੀਆਂ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ। ਰਤਨ ਜਵੇਰ ਲਾਲ ਹਰ ਕੰਠ ਤਨਾ ਜੜੀਆਂ। ਨਾਨਕ ਬਾਸ਼ੇ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ। ਮੰਗਰ ਪ੍ਰਭ ਆਰਾਧਨਾ ਬੌੜ ਨਾ ਜਨਮੜੀਆਂ। ਮੰਗਰ ਪ੍ਰਭ ਆਰਾਧਨਾ ਬੌੜ ਨ ਜਨਮੜੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਮਾਘ ਮੱਘਰ ਮਹੀਨੇ ਦੀ ਸੰਗਰਾਂਦ ਵਾ ਤੇ ਮੈਂ ਪੋਸਟ ਪਾ ਕੇ ਹਟਿਆ ਵੀ ਇਹ ਸੰਗਰਾਂਦ ਦਾ ਸਿਆਪਾ ਸਿੱਖ ਕੌਮ ਦੇ ਗਲੋਂ ਕਿਵੇਂ ਲੱਥੇ। ਤੇ ਕਿਸੇ ਵੀਰ ਨੇ ਪੁੱਛ ਲਿਆ ਵਾ ਵੀ ਇਹ ਸੰਗਰਾਂਦ ਸਿਆਪਾ ਕਿਉਂ ਆ। ਕਿਉਂਕਿ ਸਿੱਖ ਕੌਮ ਜਿਹੜੀ ਆ ਉਹ ਲੰਮਾ ਸਮਾਂ ਆਪਣਿਆਂ ਗੁਰਦੁਆਰਿਆਂ ਤੋਂ ਬਾਹਰ ਰਹੀ ਆ ਤੇ ਗੁਰਦੁਆਰਿਆਂ ਅੰਦਰ ਮਹੰਤਾਂ ਨੇ ਕੀਤੇ ਹੀ ਕਬਜ਼ੇ ਤੇ ਮਹੰਤਾਂ ਨੇ ਕਬਜ਼ੇ ਕਰਕੇ ਗੁਰਦੁਆਰਿਆਂ ਦੇ ਅੰਦਰ ਤੇ ਇਹੋ ਜਿਹੀਆਂ ਮਰਜ਼ਾਦਾਂ ਲਾਗੂ ਕਰ ਦਿੱਤੀਆਂ। ਜਦੋਂ ਨਕਲ ਵਿਕੇ ਨਾ ਬਾਜ਼ਾਰ ਦੇ ਵਿੱਚ ਤੇ ਅਸਲ ਨੂੰ ਲੋਕੀ ਘੱਟ ਖਰੀਦਦੇ ਹੁੰਦੇ ਨੇ, ਕਿਉਂਕਿ ਅਸਲ ਦੀ ਕੀਮਤ ਵੱਧ ਹੁੰਦੀ ਆ ਤੇ ਨਕਲ ਦੀ ਕੀਮਤ ਬਹੁਤ ਘੱਟ ਹੁੰਦੀ ਹੈ। ਇਹ ਸੰਗਰਾਂਦ ਦੇ ਨਾਲ ਸਿੱਖ ਧਰਮ ਦਾ ਤੇ ਸਿੱਖ ਕੌਮ ਦਾ ਕੀ ਵਾਹ ਵਾਸਤਾ ਹੈ। ਗੱਲ ਇਹ ਹੈ, ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਹੀ ਭਾਈ ਕਹਿਣੇ ਸ਼ੁਰੂ ਕਰ ਦਿੰਦੇ ਨੇ ਕਿ ਸਵੇਰੇ ਪਵਿੱਤਰ ਦਿਹਾੜਾ ਹੈ। ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਹੜੇ ਧਰਮ ਗ੍ਰੰਥ ਦੇ ਵਿੱਚ ਲਿਖਿਆ ਵੀ ਸੰਗਰਾਂਦ ਪਵਿੱਤਰ ਦਿਹਾੜਾ ਹੈ। ਗੱਲ ਇਹ ਹੈ ਕਿ ਭਾਈ ਵਿਚਾਰੇ 10-10 ਰੁਪਈਏ ਇਕੱਠੇ ਕਰਕੇ ਤੇ ਆਪਣੀ ਦਿਹਾੜੀ ਬਣਾਉਂਦੇ ਨੇ ਉਦੋਂ ਗੁਰਦੁਆਰਿਆਂ ਦੇ। ਉਹਨਾਂ ਦੀ ਮਜਬੂਰੀ ਆ। ਸੰਗਰਾਂਦ ਮਕਬੀਰ ਸਾਹਿਬ ਨੇ ਕਿਹਾ, 14 ਅਮਾਵਸ ਰਚ ਰਚ ਮੰਗੇ, ਅੱਜ ਸੰਗਰਾਂਦ ਵਾ ਗਰਾਈ ਦਿਓ, ਅੱਜ ਮੱਸਿਆ ਵਾ ਗਰਾਈ ਦਿਓ। ਇਹਨਾਂ ਨੇ ਆਪਣੇ ਇੱਕ ਰੁਜ਼ਗਾਰ ਦੇ ਦਿਨ ਮਿਥੇ ਹੋਏ ਨੇ ਪੁਜਾਰੀਆਂ ਨੇ, ਤੇ ਸਿੱਖ ਕੌਮ ਵੀ ਇਹਨਾਂ ਦੇ ਢਾਏ ਚੜ੍ਹ ਗਈ ਹੈ। ਹਾਲਾਂਕਿ ਗੁਰੂ ਕੀ ਬਾਣੀ ਕਹਿੰਦੀ ਆ, ਥਿੱਤੀ ਵਾਰ ਸੇਵੇ। ਜਿਹੜਾ ਬੰਦਾ ਦਿਨਾਂ ਦੀ ਪੂਜਾ ਕਰਦਾ ਹੈ,
ਮੈਂ ਫੇਰ ਕਹਿ ਦਿਆਂ, ਸੰਗਰਾਂਦ ਨੂੰ ਮਨਾਉਣਾ ਇੱਕ ਸੂਰਜ ਦੇਵਤੇ ਦੀ ਪੂਜਾ ਵਾ। ਤੇ ਕੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੂਰਜ ਦੇਵਤੇ ਦੀ ਪੂਜਾ ਕੀਤੀ ਜਾ ਸਕਦੀ ਹੈ? ਜਿਸ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋਏ ਆ, ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਕਲਯੁਗ ਬੋਧ ਅਵਤਾਰ ਹੈ, ਇਹ ਕਲਯੁਗ ਦੇ ਅਵਤਾਰ ਨੇ। ਤੇ ਜਿਹੜਾ ਗੁਰੂ ਸਾਨੂੰ ਕਹਿ ਰਿਹਾ ਹੋਵੇ ਕਿ ਥਿੱਤੀ ਵਾਰ ਸੇਵੇ ਮੁਗਧ ਗਵਾਰ, ਉਹ ਮੂਰਖ ਨੇ, ਮੁਗਧ ਨੇ, ਗਵਾਰ ਨੇ ਜਿਹੜੇ ਇਹਨਾਂ ਸੰਗਰਾਂਦਾਂ ਨੂੰ ਮਨਾਉਂਦੇ ਨੇ। ਤੇ ਸਿੱਖ ਸੰਗਰਾਂਦ ਮਨਾਉਂਦਾ ਕਿਉਂ ਆ? ਅਗਲੀ ਤੁਕ ਨਾਲ ਹੀ ਆ ਕਿ ਥਿੱਤੀ ਵਾਰ ਸੇਵੇ ਮੁਗਧ ਗਵਾਰ, ਸਤਿਗੁਰ ਬਾਝੋਂ ਅੰਧ ਅੰਧਾਰ। ਸਿੱਖ ਦੇ ਕੋਲ ਗਿਆਨ ਨਹੀਂ ਹੈ। ਤੇ ਜਦੋਂ ਗਿਆਨ ਨਾ ਹੋਵੇ ਤੇ ਇਦਾਂ ਦੇ ਸਾਰੇ ਕਰਮ ਬੰਦਾ ਫਿਰ ਕਰਦਾ ਹੈ। ਭਾਈ ਗੁਰਦਾਸ ਨੇ ਜਦੋਂ ਰਾਜਿਆਂ ਨੂੰ ਕਸਾਈ ਲਿਖਿਆ ਨਾ, ਤੇ ਉੱਥੇ ਨਾਲ ਪਰਜਾ ਨੂੰ ਵੀ ਨਹੀਂ ਛੱਡਿਆ। ਉਹਨੇ ਆਖਿਆ, ਪਰਜਾ ਅੰਧੀ ਗਿਆਨ ਬਿਨ। ਜੇ ਰਾਜਾ ਕਸਾਈ ਹੋ ਚੁੱਕਾ ਵਾ ਤੇ ਪਰਜਾ ਗਿਆਨ ਤੋਂ ਬਿਨਾ ਅੰਨੀ ਹੋ ਚੁੱਕੀ ਆ। ਪਰਜਾ ਅੰਧੀ ਗਿਆਨ ਬਿਨ, ਕੂੜ ਕਸਤ ਮੁਖੋਂ ਅਲਾਈ। ਇਹ ਕਿਉਂ ਮਨਾਉਂਦੇ ਸੀ ਸੰਗਰਾਂਦ ਨੂੰ? ਸਾਡਾ ਸੰਗਰਾਂਦ ਦੇ ਨਾਲ ਕੀ ਵਾਹ ਵਾਸਤਾ ਹੈ? ਇਹ ਤੇ ਹਿੰਦੂਆਂ ਦਾ ਇੱਕ ਤਿਉਹਾਰ ਵਾ, 10 ਪੁਰਬ ਸਦਾ ਦਸਹਰਾ। ਜਿਹੜਾ ਗੁਰੂ ਕੀ ਬਾਣੀ ਦਾ ਵਾਕ ਆਉਂਦਾ ਹੈ ਨਾ, ਤੀਰਥ ਨਾਮਣ ਜਾਉ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰਿਆਨ ਤੀਰਥ, ਉਹਦੇ ਚ ਇੱਕ ਸ਼ਬਦ ਹੁੰਦਾ 10 ਪੁਰਬ ਸਦਾ ਦਸਹਰਾ। ਹਜੂਰ ਸਾਹਿਬ ਦੇ ਅੰਦਰ ਵੱਡਾ ਦੁਸਹਿਰਾ ਮਨਾਇਆ ਜਾਂਦਾ, ਰਾਵਣ ਨੂੰ ਮਨਾਇਆ ਜਾਂਦਾ ਹੈ। ਦੱਸੋ, ਰਾਵਣ ਦੇ ਦੁਸਹਿਰੇ ਨਾਲ ਸਿੱਖ ਕੌਮ ਦਾ ਕੀ ਵਾਹ ਵਾਸਤਾ ਹੈ? ਇਸ ਤਰ੍ਹਾਂ ਇਹ ਲੋਕ ਕਿਉਂ ਕਰਦੇ ਨੇ? ਕਿਉਂ? ਕਾਰਨ ਇੱਕੋ ਹੀ ਆ ਭਾਈ, ਕਾਰਨ ਦੋ ਨਹੀਂ ਹੈ, ਕਾਰਨ ਇੱਕ ਹੀ ਹੈ। ਤਾਂ ਉਹ ਕਾਰਨ ਸਾਹਿਬਾ, ਕਾਰਨ ਤੇ ਇੱਕ ਹੀ ਹੈ ਕਿ ਸਾਡੀ ਕੌਮ ਜਿਹੜੀ ਹੈ, ਇਸ ਜਿਹੜੇ ਸਾਡੇ ਧਰਮ ਸਥਾਨ ਨੇ, ਇਹ ਬੜਾ ਲੰਮਾ ਸਮਾਂ ਹਿੰਦੂ ਮਹੰਤਾਂ ਦੇ ਕਬਜ਼ੇ ਵਿੱਚ ਰਹੇ ਨੇ। ਤੇ ਉਸ ਮਰਜ਼ਾਦਾ ਉਹਨਾਂ ਨੇ, ਹਿੰਦੂ ਮੰਦਰਾਂ ਵਾਲੀ ਮਰਜ਼ਾਦਾ ਜਿਹੜੀ ਆ, ਉਹ ਗੁਰਦੁਆਰਿਆਂ ਅੰਦਰ ਸਥਾਪਨ ਕੀਤੀ ਹੋਈ ਹੈ। ਹਿੰਦੂ ਮੰਦਰ ਵਿੱਚ ਜਾਂਦਾ ਸੂਰਜ ਦੇਵਤੇ ਦੀ ਪੂਜਾ ਕਰਨ ਅੱਜ ਦੇ ਦਿਨ, ਤੇ ਸਿੱਖ ਅੱਜ ਦੇ ਦਿਨ ਗੁਰਦੁਆਰੇ ਆਉਂਦਾ ਹੈ ਸੂਰਜ ਨੂੰ ਮੰਨਣ ਵਾਸਤੇ। ਅੱਜ ਮੰਗਲਵਾਰ ਹੈ ਨਾ, ਅੱਜ ਸਿੱਖ ਗੁਰਦੁਆਰੇ ਆਇਆ, ਤੇ ਕੱਲ ਸੋਮਵਾਰ ਸੀ, ਕੱਲ ਕਿਉਂ ਨਹੀਂ ਆਇਆ ਸਿੱਖ? ਹੁਣ ਕੱਲ ਨੂੰ ਬੁੱਧਵਾਰ ਹੋਣਾ ਹੈ, ਤੇ ਬੁੱਧਵਾਰ ਸਿੱਖ ਕਿਉਂ ਨਹੀਂ ਗੁਰਦੁਆਰੇ ਆਇਆ? ਇਸ ਦਾ ਮਤਲਬ ਇਹ ਗੁਰੂ ਕੋ ਨਹੀਂ ਆਉਂਦਾ, ਇਹ ਗੁਰੂ ਨੂੰ ਨਹੀਂ ਮੰਨਦਾ, ਇਹ ਸੰਗਰਾਂਦ ਨੂੰ ਮੰਨਦਾ। ਸੰਗਰਾਂਦ ਦਾ ਸਿੱਖ ਵਾ, ਸੂਰਜ ਦਾ ਸਿੱਖ ਵਾ, ਗੁਰੂ ਕਾ ਸਿੱਖ ਨਹੀਂ ਹੈ। ਅੱਜ ਕਿਹੜਾ ਗੁਰਦੁਆਰਾ ਜਿੱਥੇ ਨਹੀਂ ਸੰਗਰਾਂਦ ਮਨਾਈ ਗਈ? ਸਾਰਿਆਂ ਨੇ ਮਨਾਈ। ਜਦੋਂ ਅਸੀਂ ਇਹੋ ਜਿਹੇ ਕੰਮ ਕਰਾਂਗੇ ਨਾ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਥਿੱਤੀ ਵਾਰ ਮਾਫ ਕਰਨਾ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਭਾਈ ਗੁਰਦਾਸ ਨੇ ਇੱਕ ਗੱਲ ਲਿਖੀ, ਕਹਿੰਦੇ ਨੇ, ਕਲਯੁਗ ਬੋਧ ਅਵਤਾਰ ਹੈ, ਬੋਧ ਅਬੋਧ ਨਾ ਦ੍ਰਿਸ਼ਟੀ ਆਵੇ, ਕੋਈ ਕਿਸੇ ਨਾ ਵਰਜਈ। ਜਿੰਨਾ ਚਿਰ ਮਾਂ ਬਾਪ ਆਪਣੇ ਬੱਚਿਆਂ ਨੂੰ ਨਹੀਂ ਵਰਜਦਾ, ਬੱਚਿਆਂ ਦੇ ਨਹੀਂ ਲਾਉਂਦਾ ਦੋ ਕੰਨ ਤੇ, ਬੱਚੇ ਵਿਗੜ ਜਾਂਦੇ ਨੇ। ਭਾਈ ਗੁਰਦਾਸ ਨੇ ਲਿਖਿਆ ਹੈ, ਜਦੋਂ ਕੌਮ ਸਾਡੀ ਗਿਆਨ ਤੋਂ ਹੀਣੀ ਹੋ ਗਈ ਹੈ, ਇਹਨੂੰ ਹੁਣ ਕੋਈ ਵਰਜਦਾ ਨਹੀਂ ਹੈ। ਕੋਈ ਕਿਸੇ ਨਾ ਵਰਜਈ, ਸੋਈ ਕਰੇ ਜੋਈ ਮਨ ਭਾਵੇ, ਕਿਸੇ ਪਜਾਈ ਸਲਾ ਸੁਨ ਕੋਈ ਗੋਰੀ ਮੜੀ ਪਜਾਵੇ।
ਅੱਜ ਜਿੱਡੇ ਸਾਡੇ ਕੌਮ ਦੇ ਗਿਆਨੀ ਆ, ਸਾਨੂੰ ਝਿੜਕਦੇ ਕਿਉਂ ਨਹੀਂ ਹੈ? ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਝਿੜਕ ਚੰਗੀ ਨਹੀਂ ਲੱਗਣੀ। ਇਹ ਜਿਹੜੇ ਬੈਠੇ ਨਾ ਗੁਰਦੁਆਰੇ ਆਣ ਕੇ ਸਤਸੰਗ ਦੇ ਨਾਂ ਤੇ ਇਕੱਠੇ ਹੋਏ ਲੋਕ ਜਿਹੜੇ ਨੇ, ਇਹਨਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਓ ਤੇ ਤਾਂ ਹੀ ਗੱਲ ਤੁਹਾਡੀ ਬਣਨੀ ਪ੍ਰਚਾਰਕੋ, ਤਾਂ ਹੀ ਤੁਹਾਨੂੰ ਸਰੋਪੇ ਤੇ ਲੋਈਆਂ ਮਿਲਣੀਆਂ। ਜਿਹੜਾ ਗੁਰੂ ਨੇ ਝਿੜਕਾਂ ਪਾਈਆਂ ਨਾ, ਜੇ ਗੁਰ ਝਿੜਕੇ, ਜਿਹੜਾ ਮਾਂ ਬਾਪ ਆਪਣੇ ਬੱਚਿਆਂ ਨੂੰ ਝਿੜਕਦਾ ਨਹੀਂ ਹੈ, ਉਹ ਬੱਚੇ ਵਿਗੜ ਜਾਂਦੇ ਨੇ। ਤੇ ਗਿਆਨ ਰਾਹੀਂ ਗਿਆਨੀਆਂ ਨੇ ਆਪਣੀ ਕੌਮ ਨੂੰ ਝਿੜਕਣਾ ਹੁੰਦਾ ਹੈ, ਇਹ ਝਿੜਕਦੇ ਨਹੀਂ ਹੈ। ਅਪਿੰਦਰਪਾਲ ਨੇ ਕਦੀ ਝਿੜਕ ਨਹੀਂ ਮਾਰੀ, ਕਿਉਂ? ਉਹ ਪੈਸਾ ਕਮਾਉਂਦਾ ਹੈ। ਉਹਨੂੰ ਪਤਾ ਮੈਂ ਜੇ ਝਿੜਕ ਦਿੱਤਾ ਕਿਸੇ ਨੂੰ ਤੇ ਮੇਰੀ ਲੋਈ ਵੀ ਗਈ, ਤੇ ਮੇਰਾ 2 ਮੀਟਰ ਦਾ ਸਰੋਪਾ ਵੀ ਗਿਆ, ਤੇ ਇੱਕ ਲਿਫਾਫਾ ਵੀ ਗਿਆ, ਤੇ ਮਾਨ ਮੁੰਡਿਆਈ ਵੀ ਗਈ, 4 ਚੀਜ਼ਾਂ ਗਈਆਂ। ਪਰ ਜੇ ਗੁਰ ਝਿੜਕੇ ਤਾਂ ਮੀਠਾ ਲਾਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਅੱਜ ਦਾ ਜਿਹੜਾ ਸਮਾਜ ਹੈ ਸਾਡਾ, ਅੱਜ ਦੇ ਜਿਹੜੇ ਸਾਡੇ ਧੀਆਂ ਪੁੱਤਰ ਨੇ, ਇਹਨਾਂ ਨੂੰ ਝਿੜਕੋ ਤੇ ਇਹ ਸਿਰ ਨੂੰ ਪੈਂਦੇ ਨੇ। ਉਹੀ ਹਾਲਤ ਅੱਜ ਸਾਡੀ ਧਰਮ ਸਥਾਨਾਂ ਦੀ ਆ। ਜੇ ਇੱਥੇ ਆਈ ਸੰਗਤ ਨੂੰ ਥੋੜਾ ਜਿਹਾ ਝਿੜਕਿਆ ਜਾਵੇ ਕਿ ਤੁਸੀਂ ਅੱਜ ਕਿਉਂ ਆਇਓ ਗੁਰਦੁਆਰੇ, ਤੁਹਾਡਾ ਸੰਗਰਾਂਦ ਦੇ ਨਾਲ ਕੀ ਮਤਲਬ ਹੈ? ਤੁਸੀਂ ਸੂਰਜ ਦੇਵਤੇ ਦੀ ਪੂਜਾ ਕਰਨੀ ਤੇ ਮੰਦਿਰ 'ਚ ਜਾ ਕੇ ਕਰ ਲੈਂਦੇ, ਗੁਰਦੁਆਰੇ ਕੀ ਕਰਨਾ ਹੈ ਅੱਜ ਤੁਸੀਂ ਸੰਗਰਾਂਦ ਵਾਲੇ ਦਿਨ? ਕਿਸੇ ਕੌਮ ਦਾ ਸੰਗਰਾਂਦ ਨਾਲ ਕੀ ਮਤਲਬ ਹੈ? ਜੇ ਝਿੜਕੋਗੇ ਤੁਸੀਂ ਗੁਰਦੁਆਰੇ ਬੈਠ ਕੇ, ਇਹ ਤੁਹਾਡੇ ਸਿਰ 'ਚ ਮਾਰ ਦੇਣਗੇ ਕੁਛ। ਗਿਆਨੀ ਸੰਤ ਸਿੰਘ ਮਸਕੀਨ ਜੀ ਹੋਰਾਂ ਨੂੰ ਕਿਸੇ ਨੇ ਕਿਹਾ ਵੀ ਗਿਆਨੀ ਜੀ ਤੁਸੀਂ ਇੱਦਾਂ ਦੀ ਕਥਾ ਕਿਉਂ ਨਹੀਂ ਕਰਦੇ, ਲੋਕਾਂ ਨੂੰ ਇਸ ਤਰ੍ਹਾਂ ਕਿਉਂ ਨਹੀਂ ਕਹਿੰਦੇ? ਕਹਿਣ ਲੱਗੇ ਮੈਂ ਸਿਰ ਤੇ ਪੱਗ ਬੰਨ੍ਹਦਾ ਵਾਂ, ਤੇ ਜੇ ਮੈਂ ਇਹਨਾਂ ਨੂੰ ਸੱਚ ਦੱਸਿਆ ਤੇ ਇਹਨਾਂ ਲੋਕਾਂ ਨੇ ਮੇਰੀ ਗੁਰਦੁਆਰੇ ਅੰਦਰ ਹੀ ਪੱਗ ਲਾ ਦੇਣੀ, ਤੇ ਮੈਂ ਆਪਣੀ ਪੱਗ ਬਚਾਵਾਂ ਕਿ ਇਹਨਾਂ ਨੂੰ ਗਿਆਨ ਦੱਸਾਂ ਗਿਆਨ ਕੀ ਹੁੰਦਾ ਹੈ। ਇਹ ਠੀਕ ਆ, ਗੁਰਦੁਆਰੇ ਆਏ, ਕੜਾਹ ਮਿਲਿਆ, ਖਾਧਾ, ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਇੰਨਾ ਕੁ ਪਤਾ ਲੱਗਣਾ, ਇਹ ਭਾਈ ਇੰਨਾ ਸਾਨੂੰ ਦੱਸ ਦੇ ਕਿ ਮੱਘਰ ਦਾ ਮਹੀਨਾ ਜੀ ਸਾਧ ਸੰਗਤ ਜੀ ਆ, ਮੰਗਰ ਦਾ ਜੀ, ਇੰਨੀ ਆਵਾਜ਼ ਸੁਣਨੀ ਚਾਹੁੰਦੇ। ਇਹ ਨਹੀਂ ਸੁਣਨਾ ਚਾਹੁੰਦੇ ਅੱਗੇ ਮੱਘਰ ਮਹੀਨੇ 'ਚ ਕਰਨਾ ਕੀ, ਸਾਨੂੰ ਇਹ ਨਹੀਂ ਪਤਾ। ਇਹ ਤੇ ਉਦੋਂ ਭਾਈ ਦੱਸਦੇ ਹੁੰਦੇ ਸੀ ਜਦੋਂ ਜਨਵਰੀ ਫਰਵਰੀ ਨਹੀਂ ਸੀ ਹੁੰਦਾ, ਜਦੋਂ ਕੈਲੰਡਰ ਨਹੀਂ ਸੀ ਹੁੰਦੇ, ਉਦੋਂ ਜੇ ਕੋਈ ਧਰਮ ਸਥਾਨ ਤੇ ਆਉਂਦਾ ਸੀ ਤੇ ਭਾਈ ਦੱਸ ਦਿੰਦਾ ਸੀ ਭਾਈ ਅੱਜ ਸੰਗਰਾਂਦ ਜੀ, ਜੇ ਕੋਈ ਆਪਣਾ ਕੋਈ ਦਿਨ ਮਿੱਥਣਾ ਹੋਵੇ, ਕੋਈ ਕਾਰੋ ਵਿਹਾਰ ਕਰਨਾ ਹੋਵੇ ਤੇ ਇਸ ਤਰ੍ਹਾਂ ਮਿੱਥ ਲਿਓ ਜੀ, ਅੱਜ ਸੰਗਰਾਂਦ ਵਾ। ਪਰ ਸੰਗਰਾਂਦ ਦੀ ਪੂਜਾ ਨਹੀਂ ਹੈ। ਆਓ ਹੁਣ ਆਪਾਂ ਅਸਲੀ ਗੱਲ ਤੇ ਆਈਏ ਵੀ 12 ਮਹੀਨੇ ਨੇ ਨਾ, ਤੇ 12 ਮਹੀਨੇ ਨੇ ਤੇ 12 ਹੀ ਸੰਗਰਾਂਦਾਂ ਨੇ ਤਾਂ ਵਾ। ਤੇ ਅਸੀਂ ਇਹ ਸਿਆਪੇ ਨੂੰ ਛੱਡ ਕੇ 12 ਸੰਗਰਾਂਦਾਂ ਸਿਆਪਾ ਛੱਡ ਕੇ, ਇਹਨੂੰ ਮੈਂ ਸੰਗਰਾਂਦ ਦਾ ਸਿਆਪਾ ਕਹਿਣਾ ਹੁੰਦਾ। ਚਲੋ ਭਾਈਆਂ ਨੂੰ ਵਿਚਾਰਿਆਂ ਨੂੰ ਕੋਈ 200-400 ਰੁਪਈਆ ਹੋ ਜਾਂਦਾ ਹੈ, ਉਹ ਤਾਂ ਨਹੀਂ ਸਾਨੂੰ ਕੁਝ ਕਹਿੰਦੇ। ਜੇ 12 ਸੰਗਰਾਂਦਾਂ ਨੇ ਇਹ ਦਿਹਾੜੇ ਅਸੀਂ ਮਨਾਉਣੇ ਬੰਦ ਕਰ ਦਈਏ ਗੁਰਦੁਆਰੇ ਅੰਦਰ, ਥੋੜੇ ਦਿਨ ਹੋ ਗਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਿਹਾੜਾ ਲੰਘਿਆ, ਗੁਰਤਾ ਗੱਦੀ ਪੁਰਬ ਗੁਰੂ ਗ੍ਰੰਥ ਸੱਚੇ ਪਾਤਸ਼ਾਹ। ਕਿੰਨਿਆਂ ਕੁ ਗੁਰਦੁਆਰਿਆਂ 'ਚ ਕੜਾਹ ਤਿਆਰ ਕੀਤਾ ਗਿਆ। ਉਸ ਦਿਨ ਕਿੰਨੇ ਕੁ ਸਿੱਖ ਗੁਰਦੁਆਰੇ ਆਣ ਕੇ ਬੈਠੇ ਵੀ ਅੱਜ ਸਾਡੇ ਗੁਰੂ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਪੁਰਬ, ਗੁਰਤਾ ਗੱਦੀ ਦਿਵਸ ਵਾ, ਤੇ ਆਓ ਅੱਜ ਗੁਰਦੁਆਰੇ ਬੈਠੀਏ ਤੇ ਗੁਰੂ ਦੀਆਂ ਗੱਲਾਂ ਕਰੀਏ। ਕਿੰਨੇ ਕੁ ਆਏ ਸੀ ਉਸ ਦਿਨ? ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਗੁਰਪੁਰਬ ਸੀ ਉਦੋਂ ਨਹੀਂ ਸੀ ਕੋਈ ਆਇਆ, ਤੇ ਅੱਜ ਸੰਗਰਾਂਦ ਵਾਲੇ ਦਿਨ ਤੁਸੀਂ ਕਿਉਂ ਕੀ ਕਰਨ ਆਏ ਹੋ? ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪੁਰਬ ਸੀ ਤੁਸੀਂ ਉਸ ਦਿਨ ਨਹੀਂ ਸੀ ਆਏ ਗੁਰਦੁਆਰੇ, ਤੇ ਅੱਜ ਸੰਗਰਾਂਦ ਵਾਲੇ ਦਿਨ ਤੁਸੀਂ ਕੀ ਲੈਣ ਆਏ ਹੋ ਗੁਰਦੁਆਰਿਆਂ ਚੋਂ? ਕੀ ਲੈਣ ਆਏ? ਖੈਰ, ਮੈਂ ਕਹਿ ਰਿਹਾ ਸੀ ਵੀ ਜਿਹੜੀ ਇਹ 10 ਸੰਗਰਾਂਦਾਂ ਅਸੀਂ ਮਨਾਉਂਦੇ ਆ,
ਇਹ ਐਲਾਨੀਆਂ ਤੌਰ ਤੇ ਅਕਾਲ ਤਖਤ ਸਾਹਿਬ ਤੋਂ ਬੰਦ ਹੋਣੀਆਂ ਚਾਹੀਦੀਆਂ ਨੇ। ਇਹਨਾਂ 12 ਸੰਗਰਾਂਦਾਂ ਦੇ ਥਾਂ ਤੇ 10 ਗੁਰੂਆਂ ਦੇ ਸਾਡੇ ਦਿਹਾੜੇ। ਭਾਈ ਗੁਰਦਾਸ ਨੇ ਲਿਖਿਆ, ਬਲਿਹਾਰੀ ਤਿੰਨਾਂ ਗੁਰਸਿੱਖਾਂ ਭਾਏ ਭਾਓ ਭਗਤ ਗੁਰਪੁਰਬ ਕਰਨ ਦੇ। ਸਾਨੂੰ ਗੁਰੂ ਕੇ ਪੁਰਬ ਮਨਾਉਣ ਦੀ ਤੇ ਹਦਾਇਤ ਸੀ, ਸਾਨੂੰ ਸੰਗਰਾਂਦਾਂ ਮਨਾਉਣ ਦੀ ਹਦਾਇਤ ਨਹੀਂ ਸੀ। ਪਰ ਇਹ ਪੁਜਾਰੀਆਂ ਨੇ ਸਾਡੇ ਅੰਦਰ ਵਾੜ ਦਿੱਤੀ ਹੈ। ਤੇ ਇਹ 12 ਸੰਗਰਾਂਦਾਂ ਮਨਾਉਣ ਦੀ ਬਜਾਏ ਤੇ ਅਸੀਂ 10 ਗੁਰੂਆਂ ਦੇ ਦਿਹਾੜੇ ਮਨਾਈਏ। ਤੇ 11ਵਾਂ ਦਿਹਾੜਾ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਤੇ 12ਵਾਂ ਦਿਹਾੜਾ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਹੈ। ਹੁਣ ਹੋਣਾ ਤੇ ਇਹ ਚਾਹੀਦਾ ਸੀ ਵੀ ਜਿੱਦਣ ਗੁਰੂ ਅੰਗਦ ਸਾਹਿਬ ਜੀ ਦਾ ਜਨਮ ਦਿਹਾੜਾ ਹੋਵੇ ਉਸ ਦਿਨ ਗੁਰਦੁਆਰੇ ਅੰਦਰ ਦੇਗ ਤਿਆਰ ਕੀਤੀ ਜਾਵੇ। ਇਹ ਪੁਰਾਤਨ ਸਾਡੀ ਮਰਜ਼ਾਦਾ ਹੈ ਵੀ ਜਿੱਦਣ ਗੁਰੂ ਦਾ ਪੁਰਬ ਹੋਵੇ ਨਾ ਉਸ ਦਿਨ ਸਿੱਖ ਗੁਰਦੁਆਰੇ ਇਕੱਠੇ ਹੋਣ, ਜੋ ਮਰਜ਼ਾਦਾ ਹੈ। ਉਸ ਦਿਨ ਤਿਹਾਵਲ ਤਿਆਰ ਕੀਤਾ ਜਾਵੇ। ਗੁਰਪੁਰਬ ਸੰਗਰਾਂਦ ਵਾਲੇ ਦਿਨ ਨਹੀਂ, ਸੰਗਰਾਂਦ ਸਿਆਪਾ ਹੈ, ਇਹ ਗੁਰਦੁਆਰੇ 'ਚ ਬੰਦ ਹੋਣੀ ਚਾਹੀਦੀ ਹੈ। ਜਿੱਦਣ ਗੁਰੂ ਦਾ ਗੁਰਪੁਰਬ ਹੋਵੇ, ਜੋ ਮਰਜ਼ਾਦਾ ਸਾਡੀ, ਉਸ ਦਿਨ ਗੁਰਦੁਆਰੇ ਤਿਹਾਵਲ ਤਿਆਰ ਕੀਤਾ ਜਾਵੇ, ਕੜਾਹ ਤਿਆਰ ਕੀਤਾ ਜਾਵੇ। ਜਿੱਦਣ ਗੁਰੂ ਅੰਗਦ ਸਾਹਿਬ ਦਾ ਗੁਰਪੁਰਬ ਹੋਵੇ ਤੇ ਸਿੱਖ ਬੈਠਣ ਤੇ ਉਸ ਦਿਨ ਗੁਰੂ ਦੇ ਜੀਵਨ ਉੱਤੇ ਕੋਈ ਚਰਚਾ ਕੀਤੀ ਜਾਵੇ ਵੀ ਕਿੱਦਾਂ ਇੱਕ ਲਹਿਣਾ, ਇੱਕ ਦੁਕਾਨਦਾਰ ਬੰਦਾ ਕਿਸ ਤਰ੍ਹਾਂ ਭਾਈ ਜੋਧ ਕੋਲੋਂ ਗੁਰੂ ਕੀ ਬਾਣੀ ਦਾ ਸ਼ਬਦ ਸੁਣਦਾ ਹੈ ਤੇ ਕਿੱਦਾਂ ਭਾਈ ਜੋਧ ਕੋਲੋਂ ਗੁਰੂ ਲਹਿਣਾ ਜੀ ਨੂੰ ਰੰਗ ਲੱਗਦਾ ਹੈ। ਉਹ ਕਰਤਾਰਪੁਰ ਸਾਹਿਬ ਕਿਵੇਂ ਜਾਂਦਾ ਹੈ ਤੇ ਕਿਵੇਂ ਬਾਬਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ ਸੇਵਾ ਕਰਕੇ ਕਿਵੇਂ ਰਹਿਮਤਾਂ ਪ੍ਰਾਪਤ ਕਰਦਾ ਹੈ। ਇਹ ਜਿੱਦਣ ਗੁਰੂ ਅੰਗਦ ਸਾਹਿਬ ਦਾ ਪੁਰਬ ਹੋਵੇ ਉਸ ਦਿਨ ਗੁਰਦੁਆਰੇ ਬੈਠੋ ਸਿੱਖੋ। ਸੰਗਰਾਂਦ ਵਾਲੇ ਦਿਨ ਕਿਉਂ ਬੈਠਦੇ ਹੋ ਤੁਸੀਂ? ਜਿੱਦਣ ਗੁਰੂ ਅੰਗਦ ਸਾਹਿਬ ਦਾ ਪੁਰਬ ਹੋਵੇ ਉਸ ਦਿਨ ਦੇਗ ਤਿਆਰ ਕਰੋ, ਉਸ ਦਿਨ ਸਿੱਖ ਬੈਠਣ ਗੁਰਦੁਆਰੇ। ਇਸੇ ਤਰ੍ਹਾਂ ਜਿੱਦਣ ਗੁਰੂ ਅਮਰਦਾਸ ਦਾ ਪੁਰਬ ਹੋਵੇ ਉਸ ਦਿਨ ਬੈਠੋ। ਇੱਕ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾ ਲਿਆ, ਦੂਜਾ ਗੁਰੂ ਗੋਬਿੰਦ ਸਿੰਘ ਦਾ ਪੁਰਬ ਮਨਾ ਲਿਆ ਤੇ ਬਾਕੀ ਸੰਗਰਾਂਦਾਂ ਮਨਾ ਲੀਆਂ 12। ਗੁਰੂ ਤੇ 2 ਮਨਾਏ ਤੇ ਸੰਗਰਾਂਦਾਂ ਮਨਾ ਲੀਆਂ ਸੀ 12। ਇਹ ਸਿਆਪਾ ਹੈ, ਇਹ ਸਾਡੀ ਕੌਮ ਦੇ ਗਲੋਂ ਲੱਥਣਾ ਨਹੀਂ ਹੈ। ਕਿਉਂ? ਇਹ ਜਿਹੜੀ ਮੈਂ ਗੱਲਾਂ ਕਹਿ ਰਿਹਾ ਇਹ ਬੜੀਆਂ ਰਿਸਕ ਵਾਲੀਆਂ ਗੱਲਾਂ ਨੇ। ਇਹ ਸਾਡੀ ਕੌਮ ਦੇ ਗਿਆਨੀ ਕਹਿ ਨਹੀਂ ਸਕਦੇ, ਉਹਨਾਂ ਦੀ ਕਮਾਈ ਬੰਦ ਹੁੰਦੀ ਹੈ। ਤੇ ਜਿੰਨਾ ਚਿਰ ਮੈਂ ਫੇਰ ਕਹਿ ਦਿਆਂ, ਗੁਰ ਜੇ ਗੁਰ ਝਿੜਕੇ ਤਾਂ ਮੀਠਾ ਲਾਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਸਿੱਖ ਦੀ ਪਹਿਲੀ ਸੰਗਰਾਂਦ ਕਿਹੜੀ ਹੈ? ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਣਾ ਇਹ ਸਿੱਖ ਦੀ ਪਹਿਲੀ ਸੰਗਰਾਂਦ ਹੋਵੇ। ਤੇ ਦੂਜੀ ਸੰਗਰਾਂਦ ਕਿਹੜੀ ਸਿੱਖ ਦੀ ਮਨਾਉਣੀ ਹੈ? ਜਿੱਦਣ ਗੁਰੂ ਅੰਗਦ ਸਾਹਿਬ ਦਾ ਪੁਰਬ ਹੋਵੇ। ਲੋਕਾਂ ਨੂੰ ਪਤਾ ਲੱਗੇ, ਆਂਢੀਆਂ ਗੁਆਂਢੀਆਂ ਨੂੰ ਪਤਾ ਲੱਗੇ ਕਿ ਅੱਜ ਸਿੱਖ ਗੁਰਦੁਆਰੇ ਇਕੱਠੇ ਹੋਏ ਨੇ ਤੇ ਆਪਣੇ ਗੁਰੂ ਦਾ ਪੁਰਬ ਪਏ ਮਨਾਉਂਦੇ ਨੇ। ਤੇ ਅੱਜ ਸਾਨੂੰ ਪੁੱਛ ਲੈ ਸਿੱਖੋ, ਤੁਸੀਂ ਕੀ ਗੁਰਦੁਆਰੇ ਕੀ ਕਰਨ ਗਏ ਜੇ ਸੰਗਰਾਂਦ ਵਾਲੇ ਦਿਨ? ਕੀ ਦੱਸੋਗੇ? ਅਸੀਂ ਸੂਰਜ ਦੇਵਤੇ ਦੀ ਪੂਜਾ ਕਰਨ ਗਏ ਸਾਂ ਗੁਰਦੁਆਰੇ। ਸਿੱਖਾਂ ਨੂੰ ਸੰਗਰਾਂਦ ਦਾ ਕਿੱਡਾ ਵੱਡਾ ਫਿਕਰ ਹੁੰਦਾ ਹੈ। ਕੋਈ ਮੁਸਲਮਾਨ ਸੰਗਰਾਂਦ ਨਹੀਂ ਮਨਾਉਂਦਾ, ਕੋਈ ਈਸਾਈ ਸੰਗਰਾਂਦ ਨਹੀਂ ਮਨਾਉਂਦਾ। ਉਹ ਕਹਿੰਦੇ ਉਹ ਅੱਗੇ ਸਾਡੇ ਤੋਂ ਧਰਮ ਬੜੇ ਅੱਗੇ ਲੰਘ ਗਏ ਨੇ। ਕਿਉਂ? ਉਹ ਸਾਡੇ ਵਰਗੇ ਫੋਕਟ ਕਰਮ ਨਹੀਂ ਨਾ ਕਰਦੇ, ਫੋਕਟ ਕਰਮ ਨਹੀਂ ਕਰਦੇ।
ਮੁਸਲਮਾਨ ਨੂੰ ਫਿਕਰ ਹੁੰਦਾ ਹੈ ਵੀ ਮੇਰੀ 5 ਵਕਤ ਦੀ ਨਮਾਜ਼ ਨਾ ਨਿਕਲ ਜਾਵੇ। ਜਿਹੜੇ ਮੁਸਲਮਾਨ ਨੇ ਨਾ, ਉਹਨੂੰ ਅੰਮ੍ਰਿਤ ਵੇਲੇ ਦੀ ਨਮਾਜ਼ ਦਾ ਫਿਕਰ ਹੁੰਦਾ ਹੈ, ਉਹਨੂੰ ਦੁਪਹਿਰ ਵੇਲੇ ਨਮਾਜ਼ ਦਾ ਫਿਕਰ ਹੁੰਦਾ, ਜਿਹੜੀ ਰਾਤ ਨੂੰ ਪੜ੍ਹਨੀ ਉਸ ਨਮਾਜ਼ ਦਾ ਵੀ ਉਹਨੂੰ ਫਿਕਰ ਹੁੰਦਾ ਹੈ। ਤੇ ਸਿੱਖ ਨੂੰ ਫਿਕਰ ਹੁੰਦਾ ਮੈਂ ਸੰਗਰਾਂਦ ਮਨਾਉਣੀ ਹੈ। ਸਿੱਖਾ ਤੈਨੂੰ ਤੇ ਫਿਕਰ ਹੋਣਾ ਚਾਹੀਦਾ ਵੀ ਅੰਮ੍ਰਿਤ ਵੇਲੇ ਉੱਠ ਕੇ ਤੇ ਮੈਂ ਗੁਰੂ ਦਾ ਦਰਸ਼ਨ ਕਰਨਾ, ਤੈਨੂੰ ਤੇ ਇਹ ਫਿਕਰ ਹੋਣਾ ਚਾਹੀਦਾ। ਤੈਨੂੰ ਸੰਗਰਾਂਦ ਦੇ ਨਾਲ ਤੇਰਾ ਕੀ ਮਤਲਬ ਹੈ? ਸਿੱਖਾ ਤੈਨੂੰ ਤਾਂ ਫਿਕਰ ਹੋਣਾ ਚਾਹੀਦਾ ਸੂਰਜ ਛਿਪ ਰਿਹਾ ਤੇ ਮੈਂ ਆਪਣੇ ਕਾਰੋਬਾਰਾਂ ਧੰਦਿਆਂ ਤੋਂ ਵਿਹਲਿਆ ਹੋ ਕੇ ਮੈਂ ਗੁਰਦੁਆਰੇ ਬੈਠਾ। ਤੈਨੂੰ ਤੇ ਇਹ ਫਿਕਰ ਹੋਣਾ ਚਾਹੀਦਾ ਸੀ, ਤੇ ਤੈਨੂੰ ਫਿਕਰ ਪਾਤਾ ਇਹਨਾਂ ਗ੍ਰੰਥੀਆਂ ਨੇ, ਭਾਈਆਂ ਨੇ ਸੰਗਰਾਂਦ ਦਾ। ਤੇ ਮਹਾਰਾਜ ਕਹਿੰਦੇ ਥਿੱਤੀ ਵਾਰ ਸੇਵੇ ਮੁਗਦ ਗਵਾਰ। ਜਿਸ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਸੰਗਰਾਂਦਾਂ ਪਏ ਮਨਾਉਂਦੇ, ਉਹ ਸਾਨੂੰ ਮੂਰਖ ਕਹਿੰਦਾ। ਉਹ ਗੁਰੂ ਸਾਹਿਬ ਸਾਨੂੰ ਮੂਰਖ ਕਹਿੰਦੇ ਨੇ। ਫੇਰ ਕਹਿ ਦਿਆਂ, ਪਹਿਲੀ ਸੰਗਰਾਂਦ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ, ਦੂਸਰੀ ਸੰਗਰਾਂਦ, ਦੂਸਰਾ ਅਸੀਂ ਦਿਹਾੜਾ ਕਿਹੜਾ ਮਨਾਉਣਾ ਹੈ? ਗੁਰੂ ਅੰਗਦ ਸਾਹਿਬ ਦਾ ਗੁਰਪੁਰਬ। ਤੀਸਰਾ ਅਸੀਂ ਮਨਾਉਣਾ ਹੈ ਗੁਰੂ ਅਮਰਦਾਸ ਜੀ ਦਾ ਗੁਰਪੁਰਬ। ਚੌਥਾ ਸਾਡੀ ਸੰਗਰਾਂਦ, ਚੌਥੀ 12 ਸੰਗਰਾਂਦਾਂ ਨੇ ਨਾ, ਇਹਨਾਂ 12 ਨੂੰ ਕੱਟ ਕਰ ਦਿਓ, ਬੰਦ ਕਰ ਦਿਓ। ਤੇ ਚੌਥੀ ਸੰਗਰਾਂਦ ਸਿੱਖ ਦੀ ਹੋਵੇ ਗੁਰੂ ਰਾਮਦਾਸ ਦਾ ਗੁਰਪੁਰਬ। ਬੱਚਿਆਂ ਨੂੰ ਵੀ ਪਤਾ ਲੱਗੇ, ਬੱਚੇ ਵੀ ਫਿਕਰ ਕਰਨ ਵੀ ਕਿੱਦਣ ਗੁਰੂ ਰਾਮਦਾਸ ਦਾ ਗੁਰਪੁਰਬ ਆ। ਉਹ ਵੀ ਜੰਤਰੀਆਂ ਵੇਖਣ, ਅਸੀਂ ਜੰਤਰੀਆਂ ਵੇਖਦੇ ਹਾਂ ਕਿੱਦਣ ਸੰਗਰਾਂਦ ਵਾ। ਆ 2-3 ਦਿਨ ਹੋ ਗਏ ਮੈਨੂੰ ਦੋ ਚੋਂ ਨੇ ਪੁੱਛਿਆ, ਬਾਬਾ ਜੀ ਸੰਗਰਾਂਦ ਕਿੱਦਣ ਆ? ਮੈਂ ਢੱਠੇ ਖੂਜ ਜਾਵੇ ਤੁਹਾਡੀ ਸੰਗਰਾਂਦ, ਅਸੀਂ ਸੰਗਰਾਂਦ ਕੋ ਕੀ ਲੈਣਾ? ਨਹੀਂ, ਸਾਨੂੰ ਜੰਤਰੀ ਤੋਂ ਗੁਰੂ ਦੇ ਗੁਰਪੁਰਬਾਂ ਦਾ ਫਿਕਰ ਹੋਵੇ, ਸੰਗਰਾਂਦ ਦਾ ਫਿਕਰ ਨਾ ਹੋਵੇ। ਤੇ 5ਵੀਂ ਸੰਗਰਾਂਦ ਸਿੱਖ ਦੀ ਹੋਵੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਜਾਂ ਉਹਨਾਂ ਦਾ ਪ੍ਰਕਾਸ਼ ਦਿਹਾੜਾ। ਸਾਡੇ ਕੋਲ ਤੇ ਦਿਨ ਹੀ ਬੜੇ ਨੇ। ਇਹ ਤੇ 12 ਸੰਗਰਾਂਦਾਂ ਨੇ ਨਾ, ਤੇ ਸਿੱਖ ਕੌਮ ਕੋ ਤੇ ਕੱਲ ਹੀ ਅਜੇ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਲੰਘਿਆ। ਗੁਰਦੁਆਰਿਆਂ 'ਚ ਕਿੰਨਿਆਂ ਨੇ ਦੇਗ ਤਿਆਰ ਕੀਤੀ। ਕੱਲ ਦੇ ਦਿਨ ਦਰਬਾਰ ਸਾਹਿਬ ਨੂੰ ਜਿਹੜਾ ਬੇਪਤ ਕਰ ਰਿਹਾ ਸੀ, ਸਰੋਵਰ ਪੂਰ ਰਿਹਾ ਸੀ, ਤੈਮੂਰ ਅਬਦਾਲੀ ਦਾ ਪੁੱਤਰ, ਉਹਨੂੰ ਰੋਕਣ ਵਾਸਤੇ ਕੱਲ ਦੇ ਦਿਨ ਹਜ਼ਾਰਾਂ ਸਿੰਘਾਂ ਨੇ ਕੁਰਬਾਨੀ ਦਿੱਤੀ ਚੱਬੇ ਦੇ ਮੈਦਾਨ ਵਿੱਚ। ਤੇ ਗੁਰੂ ਰਾਮਦਾਸ ਦੇ ਘਰ ਨੂੰ ਆਜ਼ਾਦ ਕਰਾਇਆ ਕੱਲ। ਤੇ ਕਿੰਨਿਆਂ ਕੁ ਗੁਰਦੁਆਰਿਆਂ 'ਚ ਦੇਗ ਤਿਆਰ ਹੋਈ ਸੀ ਵੀ ਅੱਜ ਸਾਡੀ ਕੌਮ ਦੇ ਹਜ਼ਾਰਾਂ ਬੰਦੇ ਸ਼ਹੀਦ ਹੋਏ ਨੇ ਦਰਬਾਰ ਸਾਹਿਬ ਵਾਸਤੇ। ਗੁਰੂ ਰਾਮਦਾਸ ਦੇ ਦਰ ਦੇ ਘਰ ਨੂੰ ਦੀ ਪਵਿੱਤਰਤਾ ਕਾਇਮ ਰੱਖਣ ਵਾਸਤੇ ਬਾਬਾ ਦੀਪ ਸਿੰਘ ਵਰਗੇ ਸਿੱਖ ਕੌਮ ਦੇ ਮਹਾਨ ਜਰਨੈਲ ਤੇ ਹੋਰ ਨਾਲ ਹਜ਼ਾਰਾਂ ਮਰ ਜੀਵੜੇ ਗੁਰਸਿੱਖ ਚੱਬੇ ਦੇ ਮੈਦਾਨ ਵਿੱਚ ਕੱਲ ਸ਼ਹੀਦ ਹੋਏ ਸੀ। ਤੇ ਕਿੰਨਿਆਂ ਕੁ ਨੇ ਦੇਗ ਤਿਆਰ ਕੀਤੀ ਸੀ ਕੱਲ ਗੁਰਦੁਆਰੇ ਬੈਠ ਕੇ ਨਾ। ਜਦੋਂ ਅਸੀਂ ਪੁੱਠੇ ਕੰਮ ਕਰਾਂਗੇ ਫਿਰ ਸਾਡਾ ਦਿਮਾਗ ਸਿੱਧੇ ਕੰਮ ਨਹੀਂ ਕਰੇਗਾ। ਇਹ ਰੱਬੀ ਕੁਦਰਤੀ ਨੇਚਰਲੀ ਹੈ। ਜਿਹੜੇ ਕਹਿੰਦੇ ਇਹ ਸਾਰੇ ਪੁੱਠੇ ਕੰਮ ਕਰਦਾ, ਜਿਹੜਾ ਪੁੱਠੇ ਕਰਦਾ ਉਹਦੇ ਕੋਲ ਸਿੱਧੇ ਹੋਣੇ ਨਹੀਂ। ਜਦੋਂ ਅਸੀਂ ਪੁੱਠੇ ਕੰਮ ਕਰਦੇ ਹਾਂ, ਸੰਗਰਾਂਦਾਂ ਮਨਾਉਂਦੇ ਹਾਂ ਗੁਰਦੁਆਰਿਆਂ 'ਚ, ਫਿਰ ਸ਼ਹੀਦਾਂ ਨੂੰ ਕੌਣ ਯਾਦ ਕਰੇਗਾ? ਤੇ ਪਰਸੋਂ ਕੱਲ ਬਾਬਾ ਦੀਪ ਸਿੰਘ ਦਾ ਦਿਹਾੜਾ ਲੰਘਿਆ ਸ਼ਹੀਦੀ, ਤੇ ਪਰਸੋਂ ਐਤਵਾਰ ਭਗਤ ਰਾਮਦੇਵ ਜੀ ਦਾ ਦਿਹਾੜਾ ਲੰਘਿਆ। ਉਹ ਕਿਸੇ ਨੇ ਨਹੀਂ ਮਨਾਇਆ। ਨਾ। ਸਿੱਖ ਨੂੰ ਫਿਕਰ ਹੋਵੇ ਵੀ ਅਸੀਂ ਮੈਂ ਹੀ ਗੁਰਦੁਆਰੇ 'ਚ 10 ਗੁਰੂਆਂ ਦੇ ਦਿਹਾੜੇ ਮਨਾਉਣੇ ਨੇ, ਸੰਗਰਾਂਦਾਂ ਨਹੀਂ ਮਨਾਉਣੀਆਂ। ਸੰਗਰਾਂਦ ਦੀ ਤੇ ਮਨਾਹੀ ਕੀਤੀ ਹੈ। ਥਿੱਤੀ ਵਾਰ ਸੇਵੇ ਮੁਕਤ ਗਵਾਰ, ਸਤਿਗੁਰ ਬਾਜੂ ਅੰਧ ਅੰਧਾਰ। 6ਵੀਂ ਸੰਗਰਾਂਦ ਸਿੱਖ ਦੀ ਹੋਵੇ 6ਵੇਂ ਪਾਤਸ਼ਾਹ ਦਾ ਦਿਹਾੜਾ, ਪ੍ਰਕਾਸ਼ ਦਿਹਾੜਾ। ਤੇ 7ਵੀਂ ਸੰਗਰਾਂਦ ਸਿੱਖ ਦੀ ਹੋਵੇ 7ਵੇਂ ਪਾਤਸ਼ਾਹ ਜੀ ਦਾ ਦਿਹਾੜਾ, ਜਨਮ ਦਿਹਾੜਾ। 12 ਸੰਗਰਾਂਦਾਂ ਨੇ ਨਾ।
ਇਹਨਾਂ ਨੂੰ ਬੰਦ ਕਰਕੇ ਤੇ ਆਪਣੇ 12 ਗੁਰੂਆਂ ਦੇ ਜਨਮ ਦਿਹਾੜੇ ਮਨਾਓ। 10 ਗੁਰੂ ਸਾਹਿਬਾਨ ਤੇ 11ਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਤੇ 12ਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਪੁਰਬ। ਹਜੂਰ ਸਾਹਿਬ ਰਾਵਣ ਦਾ ਦੁਸਹਿਰਾ ਤੇ ਮਨਾਇਆ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਨਹੀਂ ਮਨਾਇਆ ਜਾਂਦਾ। ਤੇ 8ਵੀਂ ਸੰਗਰਾਂਦ ਸਿੱਖ ਦੀ ਹੋਵੇ, 8ਵੇਂ ਗੁਰੂ ਦਾ ਦਿਹਾੜਾ ਸਾਡੇ ਬੱਚਿਆਂ ਨੂੰ ਫਿਕਰ ਹੋਵੇ, ਸਾਡੇ ਘਰ ਵਿੱਚ ਜੀਵਨ ਬਿਉਰਾ ਲੱਗਾ ਹੋਵੇ, ਬੱਚੇ ਵੇਖਣ ਇਸ ਮਹੀਨੇ ਕਿਹੜੇ ਗੁਰੂ ਦਾ ਪੁਰਬ ਆ ਰਿਹਾ ਤੇ ਉਸ ਦਿਨ ਅਸੀਂ ਗੁਰਦੁਆਰੇ ਬੈਠੀਏ। ਸੰਗਰਾਂਦ ਵਾਲੇ ਦਿਨ ਕਿਉਂ ਗੁਰਦੁਆਰੇ ਬੈਠੀਏ ਅਸੀਂ? ਤੁਸੀਂ ਗੁਰੂ ਦੇ ਸਿੱਖ ਜੋ ਕਿ ਸੂਰਜ ਦੇ ਸਿੱਖ ਜੇ? ਸੰਗਰਾਂਦ ਨੂੰ ਮਨਾਉਣਾ ਇੱਕ ਮਹਾਰਾਜ ਕਹਿੰਦੇ ਆ ਸੰਕ੍ਰਾਂਤੀ। ਇਹ ਸੂਰਜ ਦਾ ਦਿਨ ਵਾ ਤੇ ਹਿੰਦੂ ਭਰਾ ਸਾਡੇ ਮੰਦਰਾਂ 'ਚ ਪੂਜਦੇ ਨੇ, ਪੂਜਣ, ਕੋਈ ਇਤਰਾਜ਼ ਨਹੀਂ ਹੈ। ਤੇ ਸਿੱਖ ਕੌਮ ਗੁਰਦੁਆਰਿਆਂ 'ਚ ਬੈਠ ਕੇ ਸੰਗਰਾਂਦ ਨੂੰ ਕਿਉਂ ਪੂਜੇ? ਨਾ ਨਾ ਨਾ। ਤੇ ਸਿੱਖਾਂ ਨਾਵੀਂ ਸੰਗਰਾਂਦ ਤੇਰੀ ਪਤਾ ਕਿਹੜੀ ਹੋਣੀ ਚਾਹੀਦੀ ਆ? ਧੰਨ ਗੁਰੂ ਤੇਗ ਬਹਾਦਰ ਦਾ ਜਨਮ ਦਿਹਾੜਾ ਤੇ ਜਾਂ ਫਿਰ ਉਹਨਾਂ ਦਾ ਸ਼ਹੀਦੀ ਦਿਹਾੜਾ। ਜਦੋਂ ਤੁਸੀਂ ਸੰਗਰਾਂਦਾਂ ਮਨਾਓਗੇ ਤੇ ਆਪਣੇ ਗੁਰੂਆਂ ਨੂੰ ਕਿੱਥੋਂ ਮਨਾ ਲੋਗੇ? 10-10 ਰੁਪਏ ਇਕੱਠੇ ਕਰਕੇ ਸੰਗਰਾਂਦ ਤੇ ਜਦੋਂ ਦੇਗ ਤਿਆਰ ਕਰ ਲਈ ਤੇ ਫਿਰ ਗੁਰਪੁਰਬਾਂ ਦੇ ਕੌਣ ਤੇ ਉਹਦੇ ਗਰਾਈ ਦੇਵੇਗਾ? ਸਿੱਖ ਦੀ 10ਵੀਂ ਸੰਗਰਾਂਦ ਕਿਹੜੀ ਹੋਣੀ ਚਾਹੀਦੀ ਹੈ? ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ। ਸਿੱਖ ਦੀ ਸੰਗਰਾਂਦ ਕਿਹੜੇ ਦਿਨ ਹੋਣੀ ਚਾਹੀਦੀ ਆ? ਜਿੱਦਣ ਧੰਨ ਗੁਰੂ ਗੋਬਿੰਦ ਸਿੰਘ ਦੇ ਛੋਟੇ ਫਰਜ਼ੰਦ ਨੀਹਾਂ 'ਚ ਚਿਣੇ ਗਏ ਸੀ, ਉਸ ਦਿਨ ਗੁਰਦੁਆਰੇ ਸਿੱਖ ਬੈਠਣ। ਅੱਜ ਦੇ ਦਿਨ ਕਿਉਂ ਬੈਠਣ? ਅੱਜ ਅਸੀਂ ਕੀ ਲੈਣਾ ਸੀ ਗੁਰਦੁਆਰੇ 'ਚ ਬੈਠ ਕੇ? ਅੱਜ ਮੱਘਰ ਦਾ ਮਹੀਨਾ ਹੈ, ਕੀ ਲੈਣਾ ਸੀ ਅਸੀਂ? ਮੱਘਰ ਕੋ ਅਸੀਂ ਕੀ ਲੈਣਾ ਸੀ? ਅਸੀਂ ਲੈਣਾ ਸੀ ਸਾਹਿਬਜ਼ਾਦਿਆਂ ਕੋਲੋਂ। ਉਸ ਦਿਨ ਬੈਠਦੇ ਜਿੱਦਣ ਚਮਕੌਰ ਦੇ 40 ਸਿੰਘ ਸ਼ਹੀਦ ਹੋਏ ਸੀ ਗੁਰਦੁਆਰੇ। ਉਹ ਆ ਸਾਡਾ ਦਿਨ। ਆ ਸੰਗਰਾਂਦ ਸਾਡਾ ਦਿਨ ਨਹੀਂ ਹੈ। ਇਹ ਪੁਜਾਰੀਵਾਦ ਵੱਲੋਂ ਗੁਰਦੁਆਰਿਆਂ ਦੇ ਅੰਦਰ ਇਸ ਤਰ੍ਹਾਂ ਦੇ ਦਿਹਾੜੇ ਵਾੜ ਦਿੱਤੇ ਗਏ। ਇਸ ਕਰਕੇ ਇਹ ਸੰਗਰਾਂਦਾਂ ਮਨਾਉਣੀਆਂ ਥਿੱਤੀ ਵਾਰ ਸੇਵੇ ਮੁਖਤ ਗੁਵਾਰ, ਇਹ ਮੂਰਖਾਂ ਦਾ ਕੰਮ ਆ ਦਿਹਾੜੇ ਮਨਾਉਣੇ। ਨਹੀਂ, ਸਿੱਖ ਦੀ ਕੋਈ ਸੰਗਰਾਂਦ ਨਹੀਂ ਹੈ। ਸਿੱਖ ਦੇ 10 ਗੁਰੂਆਂ ਦੇ ਪੁਰਬ ਨੇ। 11ਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਤੇ 12ਵਾਂ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ। ਕਿਹੜਿਆਂ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਪਰਬ ਮਨਾਇਆ ਜਾਂਦਾ? ਪਿੰਡਾਂ 'ਚ ਕਿਤੇ ਵੀ ਨਹੀਂ ਮਨਾਇਆ ਜਾਂਦਾ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਪੁਰਬ ਨਹੀਂ ਮਨਾਓਗੇ ਤੇ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਵੀ ਸਾਡੇ ਗੁਰੂ ਦਾ ਗੁਰਤਾ ਗੱਦੀ ਪੁਰਬ ਆ? ਜਦੋਂ ਮਨਾਵਾਂਗੇ ਹੀ ਨਹੀਂ ਤੇ ਫਿਰ ਕਿਵੇਂ ਪਤਾ ਲੱਗੂਗਾ? ਨਹੀਂ, ਇਹ ਸਾਡੀ ਕੌਮ ਆ। ਭਾਈ ਗੁਰਦਾਸ ਨੇ ਲਿਖਿਆ, ਪਰਜਾ ਅੰਧੀ ਗਿਆਨ ਬਿਨ ਕੂੜਕ ਸਤ ਮੁਖੋਂ ਅਲਾਈ, ਕਲਯੁਗ ਬੋਧ ਅਵਤਾਰ ਹੈ, ਬੋਧ ਅਬੋਧ ਨਾ ਦ੍ਰਿਸ਼ਟੀ ਆਵੇ, ਕੋਈ ਕਿਸੇ ਨਾ ਵਰਜਈ ਸੋਈ ਕਰੇ ਜੋਈ ਮਨ ਪਾਵੇ। ਸਾਡੇ ਪ੍ਰਚਾਰਕਾਂ ਨੇ ਸਾਨੂੰ ਝਿੜਕਣਾ ਨਹੀਂ ਹੈ, ਸਾਡੇ ਪ੍ਰਚਾਰਕਾਂ ਨੇ ਸਾਨੂੰ ਵਰਜਣਾ ਨਹੀਂ ਹੈ। ਕਿਉਂ? ਉਹਨਾਂ ਨੇ ਆਪਣੇ ਡੇਰੇ ਚਲਾਉਣੇ ਆ, ਉਹਨਾਂ ਨੇ ਆਪਣੇ ਪਲਾਟ ਬਣਾਉਣੇ ਨੇ। ਪ੍ਰਚਾਰਕਾਂ ਨੇ ਉਹਨਾਂ ਨੇ ਪੈਸਾ ਕਮਾਉਣਾ ਹੈ। ਨਾ ਸਿੱਖਾ, ਤੇਰਾ ਸੰਗਰਾਂਦ ਨਾਲ ਕੋਈ ਮਤਲਬ ਨਹੀਂਗਾ। ਤੂੰ ਅਕਾਲ ਪੁਰਖ ਦਾ ਪੁਜਾਰੀ ਆ, ਤੂੰ ਸੂਰਜ ਦਾ ਪੁਜਾਰੀ ਨਹੀਂ ਹੈ। ਤੈਨੂੰ ਇਸ ਪੁਜਾਰੀਵਾਦ ਨੇ ਇਹ ਕੁਰਾਹੇ ਪਾਇਆ ਹੋਇਆ ਵਾ ਤੇ ਇਹ ਗੱਲਾਂ ਚੁਭਣ ਵਾਲੀਆਂ ਨੇ ਮੇਰੀਆਂ, ਮੈਨੂੰ ਪਤਾ ਹੈ। ਪਰ ਸਾਡਾ ਵੀ ਫਰਜ਼ ਬਣਦਾ ਹੈ, ਜੋ ਗੁਰੂ ਨੇ ਸਾਨੂੰ ਗੱਲ ਸਮਝਾਈ ਹੋਈ ਆ ਅਸੀਂ ਉਹ ਕਹਿਣ ਦਾ ਸਾਡਾ ਫਰਜ਼ ਬਣਦਾ। ਭਾਈ ਮਹਾਰਾਜ ਕਿਰਪਾ ਕਰਨ ਤੇ ਮਹਾਰਾਜ ਨੇ ਜਿਹੜਾ ਇਹਦੇ ਉਪਦੇਸ਼ ਦਿੱਤਾ ਕਿ ਮੰਗਰ ਮਾਏ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਜਿਹੜੇ ਰੱਬ ਕੋ ਬਹਿੰਦੇ ਨੇ, ਅੱਜ ਅਸੀਂ ਫੇਸਬੁੱਕ ਤੇ ਤਾਂ ਬਹਿ ਲੈਂਦੇ ਆ, ਘਰ ਦੀ ਨਾਲ ਤੇ ਬਹਿ ਲੈਂਦੇ ਆ, ਬੱਚਿਆਂ ਨਾਲ ਤਾਂ ਬਹਿ ਲੈਂਦੇ ਆ, ਭੈਣਾਂ ਭਰਾਵਾਂ ਮਾਸੀਆਂ ਫੁੱਫੀਆਂ ਨਾਲ ਤਾਂ ਬਹਿ ਲੈਂਦੇ ਆ, ਤੇ ਗੁਰਦੁਆਰੇ ਬਹਿਣ ਲੱਗਿਆਂ ਨੂੰ ਬੜੀ ਵੱਡੀ ਮੁਸ਼ਕਿਲ ਆਉਂਦੀ ਲੋਕਾਂ ਨੂੰ। ਜਦੋਂ ਕਥਾ ਸ਼ੁਰੂ ਕਰਦੇ ਨਾ ਕੋਈ 2-4 ਬੈਠੇ ਹੋਣ ਬੰਦੇ 10 ਗੁਰਦੁਆਰੇ
ਤੇ ਐ ਮਹਿਸੂਸ ਕਰਦੇ ਨੇ ਵੀ ਸਾਨੂੰ ਕੈਦ ਹੋ ਗਈ, ਪਤਾ ਨਹੀਂ ਕਦੋਂ ਸਿਆਪਾ ਮੁੱਕਣਾ ਤੇ ਕੈਦ ਕਦੋਂ ਛੁੱਟਣੀ ਹੈ। ਨਹੀਂ ਮਾਂ ਕਹਿੰਦੇ ਮੱਘਰ ਮਾਹੇ ਸੰਦੀਆਂ ਹਰ ਪਿਰ ਸੰਗ ਬੈਠੜੀਆਂ। ਜਿਹੜੇ ਰੱਬ ਨਾਲ ਜੁੜੇ ਹੋਏ ਨੇ ਉਹਨਾਂ ਦਾ ਸਮਾਂ ਬੜਾ ਸੋਹਣਾ ਹੁੰਦਾ ਹੈ। ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਜਿਹੜੇ ਸਾਹਿਬ ਨਾਲ ਮਿਲ ਗਏ ਨੇ, ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਬਾਬਾ ਦੀਪ ਸਿੰਘ ਜੀ ਵਰਗੇ, ਇਹਨਾਂ ਦੀ ਸੋਭਾ ਕਿਆ ਕੀ ਜਾ ਸਕਦੀ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਕਰਦਾ ਤਾਂ ਹੈ ਪਰ ਨਹੀਂ ਕਹੀ ਜਾ ਸਕਦੀ। ਉਹ ਬੜੇ ਮਹਾਨ ਵਿਅਕਤੀ ਨੇ ਜਿਹੜੇ ਰੱਬ ਨਾਲ ਜੁੜੇ ਹੋਏ ਨੇ। ਤਨ ਮਨ ਮੋਲਿਆ ਰਾਮ ਸੂ ਸੰਗ ਸਾਧ ਸਹੇਲ ਲੜੀਆਂ। ਜਿਹੜੇ ਸਾਧਾਂ ਦੀ ਸੰਗਤ ਕਰਦੇ ਨੇ, ਮਹਾਰਾਜ ਕਹਿੰਦੇ ਸੰਗਤ ਵਿੱਚ ਬਹਿੰਦੇ ਨੇ, ਉਹਨਾਂ ਦਾ ਤਨ ਵੀ ਅਰੋਗ ਤੇ ਮਨ ਵੀ ਅਰੋਗ। ਖਿੜਨ ਦਾ ਮਤਲਬ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹੇਲ ਲੜੀਆਂ। ਜਿਨ੍ਹਾਂ ਨੇ ਆਪਣੇ ਸੰਗੀ ਸਾਥੀ, ਜਿਨ੍ਹਾਂ ਦਸੰਦਰਿਆਂ ਦੁਰਮਤ ਵੰਜੇ ਮਿੱਤਰ ਅਸਾਡੜੇ ਸਈ। ਜਿਨ੍ਹਾਂ ਨੇ ਆਪਣਾ ਰੱਬ ਦੇ ਪਿਆਰਿਆਂ ਨੂੰ, ਗੁਰੂ ਕੇ ਪਿਆਰਿਆਂ ਨੂੰ ਆਪਣਾ ਸੰਗੀ ਬਣਾਇਆ ਹੋਇਆ ਹੈ, ਉਹਨਾਂ ਦਾ ਤਨ ਮਨ ਮੋਲ ਜਾਂਦਾ ਹੈ। ਤਨ ਮਨ ਮੋਲਿਆ ਰਾਮ ਸੂ ਸੰਗ ਸਾਧ ਸਹੇਲੜੀਆਂ। ਸਾਧ ਜਨਾਂ ਤੇ ਬਾਹਰ ਹੀ, ਜਿਹੜੇ ਸੰਗਤ ਤੋਂ ਬਾਹਰ ਨੇ, ਜਿਹੜੇ ਰੱਬ ਦੇ ਪਿਆਰਿਆਂ ਕੋਲ ਨਹੀਂ ਬੈਠਦੇ। ਸਾਧ ਜਨਾਂ ਤੇ ਬਾਹਰ ਹੀ ਸੇ ਰਹਿਣ ਅਕੇਲੜੀਆਂ। ਉਹ ਟੁੱਟੇ ਫਿਰਦੇ ਨੇ, ਤੇ ਜਿਹੜਾ ਟੁੱਟ ਗਿਆ ਉਹ ਸੁੱਕ ਗਿਆ, ਜਿਹੜਾ ਟੁੱਟ ਗਿਆ ਉਹ ਮੁੱਕ ਗਿਆ। ਸੇ ਰਹਿਣ ਦਿਨ ਦੁੱਖ ਨਾ ਕਬਹੂ ਉਤਰੇ ਜਮ ਕੇ ਵਸ ਪੜੀਆਂ। ਦੁੱਖ ਸਾਡੇ ਹਿਰਦੇ ਅੰਦਰ ਹੈ, ਤੇ ਮਹਾਰਾਜ ਕਹਿੰਦੇ ਇਹ ਦੁੱਖ ਮੁੱਕਣਾ ਨਹੀਂਗਾ ਜਿੰਨਾ ਚਿਰ ਤੂੰ ਰੱਬ ਨੂੰ ਗਾਇਆ ਨਾ। ਇੱਕ ਵਾਕ ਆਉਂਦਾ ਗੁਰੂ ਕੀ ਬਾਣੀ ਦਾ, ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁੱਖ ਭਾਗੇ। ਮਹਾਰਾਜ ਕਹਿੰਦੇ ਜਦੋਂ ਬੰਦਾ ਅੰਦਰੋਂ ਖੁੱਲ ਕੇ ਗਾਉਂਦਾ ਨਾ, ਗਾਉਣਾ ਖੁੱਲ ਕੇ ਹੁੰਦਾ ਹੈ। ਬਾਣੀ ਕਹਿੰਦੀ ਵੀ ਜਿਹੜਾ ਗਾਉਂਦਾ ਤੇ ਜਿਹੜਾ ਸੁਣਦਾ ਉਹਦਾ ਦੁੱਖ ਭੱਜ ਜਾਂਦਾ, ਤੇ ਸਾਡਾ ਕਿਉਂ ਨਹੀਂ ਭੱਜਦਾ? ਕਿਉਂ? ਅਸੀਂ ਖੁੱਲ ਕੇ ਨਹੀਂ ਗਾਉਂਦੇ, ਅਸੀਂ ਅੰਦਰ ਨੂੰ ਖੋਲਦੇ ਨਹੀਂ ਪੂਰਾ ਗਾਉਣ ਲੱਗੇ, ਦੱਬੇ ਰਹਿੰਦਾ ਸਾਡੀ ਸੁਰਤ। ਮਹਾਰਾਜ ਕਹਿੰਦੇ ਗੀਤ ਨਾਦ, ਜਿਹੜਾ ਰੱਬ ਦਾ ਗੀਤ ਗਾਉਂਦਾ ਹੈ, ਗੀਤ ਨਾਦ ਕਵਿਤ ਕਵੇ ਸੁਣ, ਜਿਹੜਾ ਗਾਉਂਦਾ ਤੇ ਸੁਣਦਾ ਰਾਮ ਨਾਮ ਦੁੱਖ ਭਾਗੀ, ਉਹਦਾ ਦੁੱਖ ਭੱਜਦਾ। ਯਾਨੀ ਕਿ ਜਦੋਂ ਕੋਈ ਪਿਆਰ ਨਾਲ ਗਾਉਂਦਾ ਹੈ ਨਾ, ਤੇ ਦੁਖੀ ਤੋਂ ਦੁਖੀ ਬੰਦਾ ਵੀ ਸੁਖੀ ਹੋ ਜਾਂਦਾ ਜਦੋਂ ਗਾਉਂਦਾ ਹੈ, ਕਿਉਂਕਿ ਦੁੱਖ ਸਾਡੇ ਹਿਰਦੇ ਅੰਦਰ ਆ। ਤੇ ਜਦੋਂ ਹਿਰਦੇ ਵਿੱਚ ਸਾਡੇ ਸੰਗੀਤ ਦੀ ਧੁਨ ਵੱਜ ਗਈ, ਜਿੱਦਾਂ ਨੇ ਹੁਣ ਅੱਜ ਕੱਲ੍ਹ ਜਿਹੜਾ ਗੁਰਪੁਰਬ ਆ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਤੇ ਉਹਦੇ ਵਿੱਚ ਜਿਹੜੇ ਅਸੀਂ ਉੱਚੀ ਸੁਰ 'ਚ ਗਾਵਾਂਗੇ, ਸਤਿਗੁਰ ਨਾਨਕ ਪ੍ਰਗਟਿਆ, ਜਦੋਂ ਖੁੱਲ ਕੇ ਗਾਵਾਂਗੇ, ਹਾਲ ਵਿੱਚ ਬੈਠਾ ਹੋਇਆ 100-150 ਬੰਦਾ ਜਦੋਂ ਖੁੱਲ ਕੇ ਗਾਵੇਗਾ ਨਾ, ਸਤਿਗੁਰ ਨਾਨਕ ਪ੍ਰਗਟਿਆ, ਉਦੋਂ ਕੀ ਹੋਏਗਾ? ਇਹ ਆਵਾਜ਼, ਇਹ ਗੀਤ ਜਿਹੜਾ ਸਾਡੇ ਹਿਰਦੇ ਅੰਦਰ ਦੁੱਖ ਪਿਆ ਨਾ, ਉਹ ਉੱਥੋਂ ਪਲਾਇਨ ਕਰ ਜਾਏਗਾ, ਸ਼ਾਈ ਮਾਈ ਦੁੱਖ ਹੋ ਜਾਏਗਾ, ਅੰਦਰ ਸੰਗੀਤ ਦੀ ਧੁਨ ਵੱਜ ਜਾਏਗੀ। ਤੇ ਮਹਾਰਾਜ ਕਹਿੰਦੇ ਆ ਵੀ ਤੂੰ ਰੱਬ ਦੇ ਗੀਤ ਗਾਇਆ ਕਰ, ਤੈਨੂੰ ਦੁੱਖ ਨਾ ਕਬਹੂ ਉਤਰੇ। ਜਿਹੜਾ ਬੰਦਾ ਗਾਉਂਦਾ ਨਹੀਂ ਨਾ, ਮੈਂ ਤਾਂ ਅੱਗੇ ਵੀ ਕਹਿਣਾ ਹੁੰਦਾ, ਗੁਰੂ ਨਾਨਕ ਸਾਹਿਬ ਨੇ ਸਾਰੀ ਜ਼ਿੰਦਗੀ ਗਾਇਆ, ਨਾਲ ਇੱਕ ਗਵਈਆ ਰੱਖਿਆ ਹੈ, ਮਰਦਾਨਾ ਵਜਾਉਂਦਾ ਸੀ ਤੇ ਬਾਬਾ ਜੀ ਗਾਉਂਦੇ ਸਨ। ਤੇ ਗਾਉਣ ਦੇ ਨਾਲ ਪਤਾ ਨਹੀਂ ਸਰੀਰ ਵਿੱਚੋਂ ਕਿੰਨੇ ਕੁ ਦੁੱਖ ਪਲਾਇਨ ਹੋ ਜਾਂਦੇ ਨੇ। ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁੱਖ ਭਾਗੇ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਮਰ ਕਹਿੰਦੇ ਤਿੰਨ ਦੁੱਖ ਨਾ ਕਬਹੂ ਉਤਰੇ। ਜਿਹੜੇ ਗਾਉਂਦੇ ਨਹੀਂ ਨਾ, ਇੱਕ ਹੋਰ ਗੱਲ ਹੈ, ਜਾਂ ਜਿਹੜੇ ਸੁਣਦੇ ਨਹੀਂ ਹੈ, ਉਹਨਾਂ ਦੇ ਹਿਰਦੇ ਅੰਦਰ ਦੁੱਖ ਇੱਕ ਕੁੰਡਲੀਆ ਨਾਗ ਬਣ ਕੇ ਬੈਠਾ ਹੋਇਆ ਹੈ। ਤੇ ਮਰਨੇ ਕੁੰਡਲੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮੱਚਾ। ਤੂੰ ਉੱਠ ਕੇ ਸਿੱਖਾ, ਖੁੱਲ ਕੇ ਗਾਇਆ ਕਰ ਅੰਮ੍ਰਿਤ ਵੇਲੇ। ਗੁਰੂ ਅਮਰਦਾਸ ਨੇ ਨਹੀਂ ਕਿਹਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ, ਗਾਓ। ਇੱਕ ਤੇ ਗਾਉਣ ਦੇ ਨਾਲ ਹਿਰਦੇ ਵਿੱਚੋਂ ਦੁੱਖ ਪਲਾਇਨ ਕਰ ਜਾਂਦਾ ਹੈ,
ਤੇ ਇੱਕ ਜਦੋਂ ਤੁਸੀਂ ਕਿਸੇ ਧਿਆਨ ਦੇ ਬੜੇ ਧਿਆਨ ਦੇ ਇਕਾਗਰਚਿਤ ਹੋ ਕੇ ਕਿਸੇ ਨੂੰ ਸੁਣਦੇ ਹੋ ਤੇ ਤਾਂ ਵੀ ਅੰਦਰ ਦਾ ਦੁੱਖ ਦੂਰ ਹੋ ਜਾਂਦਾ। ਦੁੱਖ, ਚਿੰਤਾ, ਪਰੇਸ਼ਾਨੀਆਂ, ਇਹਨੂੰ ਦੁੱਖ ਕਹਿੰਦੇ ਨੇ। ਇਹ ਰੋਗ ਨਹੀਂ ਹੈ। ਹੁਣ ਫੋੜਾ ਹੋਇਆ ਵਾ ਉਹ ਤਾਂ ਨਹੀਂ ਨਾ ਦੂਰ ਹੋਣਾ। ਇਹ ਜਿਹੜਾ ਸਾਡਾ ਮਨ ਦਾ ਦੁੱਖ ਵਾ, ਚਿੰਤਾ, ਪਰੇਸ਼ਾਨੀਆਂ, ਈਰਖਾ, ਸਾੜਾ, ਦਵੈਸ਼, ਲੋਭ, ਮੋਹ, ਇਹ ਮਨ ਦੇ ਦੁੱਖ ਨੇ। ਤੇ ਮਹਾਰਾਜ ਕਹਿੰਦੇ ਤੂੰ ਉੱਠ ਕੇ ਖੁੱਲ ਕੇ ਗਾਇਆ ਕਰ ਅੰਮ੍ਰਿਤ ਵੇਲੇ। ਤੇ ਜਿੱਦਣ ਤੂੰ ਖੁੱਲ ਕੇ ਗਾ ਲਿਆ ਨਾ, ਇਹ ਦੁੱਖ ਉਸੇ ਵੇਲੇ ਭੱਜ ਜਾਣਾ ਹੈ। ਤੇ ਜਦੋਂ ਤੂੰ ਜੇ ਨਹੀਂ ਗਾ ਸਕਦਾ ਨਾ, ਤੇ ਤੂੰ ਮਹਾਰਾਜ ਕਹਿੰਦੇ ਇੰਦਰੀ ਬਸ ਕਰ ਸੁਣੋ ਹਰ ਨਾਮ। ਤੂੰ ਨਾਮ ਸੁਣ, ਇੰਨੇ ਧਿਆਨ ਨਾਲ ਸੁਣ ਕੇ ਤੇਰਾ ਇਸ ਦੁੱਖ ਦੇ ਵਿੱਚੋਂ ਸੁਰਤ ਉੱਠ ਕੇ ਰੱਬੀ ਯਾਦ ਨਾਲ ਜੁੜ ਜਾਵੇ। ਆ ਵੇਖੋ ਲੋਕੀ ਜਦੋਂ ਪਰੇਸ਼ਾਨ ਹੁੰਦੇ ਨੇ ਸਾਰੀ ਦਿਹਾੜੀ ਦੇ, ਤੇ ਰਾਤ ਨੂੰ ਟੀਵੀ ਅੱਗੇ ਬਹਿ ਜਾਂਦੇ ਨੇ, ਕੋਈ ਫਿਲਮ ਵੇਖਦਾ, ਕੋਈ ਗੀਤ ਸੰਗੀਤ ਸੁਣਦਾ ਹੈ, ਤੇ ਉਦੋਂ ਉਹਨਾਂ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ। ਮੁੜ ਕੇ ਫੇਰ ਪੈ ਜਾਣਾ ਵੱਖਰੀਆਂ ਗੱਲ ਹੈ। ਗਾਉਣ ਦੇ ਨਾਲ, ਸੁਣ ਦੇ ਨਾਲ ਮਨ ਦੇ ਦੁੱਖ ਦੂਰ ਉਸੇ ਵੇਲੇ ਹੋ ਜਾਂਦੇ ਨੇ। ਰੋਗ ਨਹੀਂ, ਰੋਗ ਤਾਂ ਸਰੀਰ ਦੇ ਨੇ, ਉਹ ਤੇ ਦਵਾਈਆਂ ਨਾਲ ਦੁੱਖ ਦੂਰ ਹੋਣਗੇ। ਮਨ ਦੇ ਦੁੱਖ ਜਿਹੜੇ ਨੇ, ਦੁੱਖ ਹੋਰ ਹੁੰਦਾ ਹੈ, ਰੋਗ ਹੋਰ ਹੁੰਦਾ ਹੈ। ਮਰ ਕਹਿੰਦੇ ਤਿੰਨ ਦੁੱਖ ਨਾ ਕਬਹੂ ਉਤਰੇ। ਜਿਹੜੇ ਗਾਉਂਦੇ ਨਹੀਂ ਉਹਨਾਂ ਦਾ ਦੁੱਖ ਦੂਰ ਕਿਵੇਂ ਹੋਏਗਾ? ਬਾਬਾ ਨਾਨਕ ਜੀ ਨੇ ਸਾਰੀ ਜ਼ਿੰਦਗੀ ਗਾਇਆ, ਬੜੀ ਉੱਚੀ ਸੁਰ 'ਚ ਗਾਉਂਦੇ ਸਨ ਗੁਰੂ ਨਾਨਕ ਸਾਹਿਬ। ਜਦੋਂ ਭਾਈ ਗੁਰਦਾਸ ਨੇ ਕਿਹਾ ਦਿੱਤੀ ਬਾਂਗ ਨਿਵਾਜ ਕਰ, ਬਾਬਾ ਜੀ ਨੇ ਬੜੀ ਉੱਚੀ ਸੁਰ ਦੇ ਅੰਦਰ ਬਗਦਾਦ ਸ਼ਹਿਰ ਦੇ ਬਾਹਰ ਖਲੋ ਕੇ ਬਾਂਗ ਦਿੱਤੀ, ਤੇ ਕਈ ਮੀਲਾਂ ਤੱਕ ਸੁਣੀ ਬਾਂਗ, ਤੇ ਸੁਨ ਮੁਨ ਨਗਰੀ ਪਈ। ਸਾਰੇ ਹੈਰਾਨ ਰਹਿ ਗਏ ਵੀ ਏਡੀ ਜ਼ਬਰਦਸਤ ਆਵਾਜ਼ ਕਿੱਥੋਂ ਆਈ ਹੈ। ਜਿੱਡੀ ਗਾਉਣ ਦੇ ਵਿੱਚ ਤਕੜਾਈ ਹੋਏਗੀ, ਆਵਾਜ਼ ਤਕੜੀ ਹੋਏਗੀ ਗਾਉਣ, ਉਨਾ ਹੀ ਦੁੱਖ ਬਾਹਰ ਭੱਜੇਗਾ। ਤੇ ਮਹਾਰਾਜ ਕਹਿੰਦੇ ਜਿਹੜੇ ਨਹੀਂ ਗਾਉਂਦੇ, ਤਿੰਨ ਦੁੱਖ ਨਾ ਕਬਹੂ ਉਤਰੇ ਸੇ ਜਮ ਕੇ ਵਸ ਪੜੀਆਂ। ਉਹ ਜਮਾਂ ਦੇ ਵਸ ਪੈ ਜਾਣਗੇ। ਜਿਹੜੇ ਗਾਉਣਗੇ ਉਹ ਗੁਰੂ ਕੇ ਧਾਮ 'ਚ ਜਾਣਗੇ। ਜਿਨੀ ਰਾਵਿਆ ਪਰ ਵਿਆਪਣਾ ਸੇ ਦਿਸਨ ਨਿਤ ਖੜੀਆਂ। ਜਿਨ੍ਹਾਂ ਨੇ ਗਾਵਿਆ, ਫੇਰ ਉੱਥੇ ਆ ਗਈ ਨਾ ਗੱਲ, ਤੇ ਗੱਲ ਗਾਉਣ ਤੇ ਆਉਣੀ ਹੈ। ਤੁਸੀਂ ਗਾਉਣ ਲੱਗੇ ਵੀ ਸੰਗਦੇ ਹੋ। ਆ ਜਦੋਂ ਕਿਤੇ ਅਰਦਾਸ ਕਰੀਦੀ ਇਹਨਾਂ ਦੇ ਆਖੀ ਦਾ, ਜਦੋਂ ਮੁੜ ਕੇ ਅਰਦਾਸ 'ਚ ਕਹਿੰਦੇ ਨਹੀਂ ਬੋਲੋ ਜੀ ਵਾਹਿਗੁਰੂ, ਉਦੋਂ ਵੀ ਨਹੀਂ ਗੁਰਦੁਆਰਿਆਂ 'ਚ ਖਲੋਤਿਆਂ ਦੀ ਆਵਾਜ਼ ਨਿਕਲਦੀ ਨਾ। ਤੇ ਜਦੋਂ ਧੀ ਦੀ ਭੈਣ ਦੀ ਕਰਨੀ, ਵੇਖੋ ਤਿੰਨਾਂ ਘਰਾਂ ਤੱਕ ਆਵਾਜ਼ ਚਲ ਜਾਂਦੀ ਇਹਨਾਂ ਦੀ ਵਿਹੜੇ 'ਚੋਂ ਹੀ, ਜਦੋਂ ਕਿਸੇ ਧੀ ਦੀ ਭੈਣ ਦੀ ਕਰਨੀ ਹੋਵੇ। ਤੇ ਜਦੋਂ ਗੁਰਦੁਆਰੇ ਭਾਈ ਅਰਦਾਸ ਕਰਦਾ, ਕਹਿੰਦਾ ਬੋਲੋ ਜੀ ਵਾਹਿਗੁਰੂ, ਐ ਹੁੰਦੇ ਵੀ ਪਤਾ ਨਹੀਂ ਨਕਲੀ ਦੰਦ ਲਵਾਏ, ਜੇ ਮੂੰਹ ਖੋਲਿਆ ਤੇ ਡਿੱਗ ਨਾ ਪੈਣ ਗੁਰਦੁਆਰੇ। ਕੋਈ ਬੋਲਦਾ ਹੀ ਨਹੀਂ। ਬੋਲੋ ਸਤਨਾਮ ਕਰਤਾਰ। ਬਾਬਾ ਬਾਣੀ ਕਹਿੰਦੀ ਉਹ ਲੋਕੋ ਬੋਲੋ ਰੱਬ ਨੂੰ। ਤੇ ਮਹਾਰਾਜ ਕਹਿੰਦੇ ਤੂੰ ਬੋਲੇਗਾ ਤੇ ਤੇਰਾ ਦੁੱਖ ਪਲਾਇਨ ਹੋ ਜਾਏਗਾ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ। ਗਾਉਣ ਦੇ ਨਾਲ ਜਨਮ ਮਰਨ ਖਤਮ ਹੋ ਗਿਆ। ਬਾਬਾ ਬੁੱਢਾ ਜੀ ਹੁਣ ਨਿਤ ਜੀਂਦੇ ਰਹਿਣਗੇ ਉਹ ਲੋਕ ਜਿਨ੍ਹਾਂ ਨੇ ਗਾਵਿਆ, ਜਿਨ੍ਹਾਂ ਨੇ ਸੁਣਿਆ। ਬੋਲੋ ਸੱਚ ਨਾਮ ਕਰਤਾਰ। ਬੋਲੇ ਈਸ਼ਰ ਤਤ ਸਰੂਪ। ਮਹਾਰਾਜ ਈਸ਼ਰ ਨੂੰ ਬੋਲੋ, ਤੁਸੀਂ ਰੱਬ ਨੂੰ ਬੋਲੋ। ਬੋਲੋ ਸੱਚ ਨਾਮ ਕਰਤਾਰ, ਫੁਨ ਬੋੜ ਨ ਆਵਣ ਹਾਰ। ਬਸ ਬੋਲਦਿਆਂ ਬੋਲਦਿਆਂ ਜਦੋਂ ਬੋਲਣਾ ਹਿਰਦੇ ਤੱਕ ਚਲ ਗਿਆ, ਜਦੋਂ ਗਾਉਂਦਿਆਂ ਹਿਰਦਾ ਖੁੱਲ ਗਿਆ, ਖੁੱਲ ਕੇ ਬੋਲਿਆ। ਬਾਬਾ ਅਤਰ ਸਿੰਘ ਸਾਡੀ ਕੌਮ ਦੇ ਵਿੱਚ ਖੁੱਲ ਕੇ ਬੋਲਦੇ ਸਨ। ਸਾਡੇ ਕੋਲ ਤੇ ਅਰਦਾਸ ਵਿੱਚ ਵੀ ਨਹੀਂ ਸਤਨਾਮ ਕਿਹਾ ਜਾਂਦਾ। ਪਤਾ ਨਹੀਂ ਲੋਕਾਂ ਨੂੰ ਗਾਉਂਦਿਆਂ ਕਿਉਂ ਸ਼ਰਮ ਆਉਂਦੀ ਹੈ। ਲੋਕੀ ਸ਼ਰਮਾਉਂਦੇ ਨੇ। ਗੁਰੂ ਨੂੰ ਬੋਲਣ ਲੱਗਿਆ ਵੀ ਲੋਕੀ ਸ਼ਰਮਾਉਂਦੇ ਨੇ। ਗੁਰੂ ਦਾ ਕੀਰਤਨ ਕਰਨ ਲੱਗਿਆ ਵੀ ਲੋਕੀ ਸ਼ਰਮਾਉਂਦੇ ਨੇ। ਬੋਲਾਂਗੇ ਤਾਂ ਲੋਕੀ ਕੀ ਕਹਿਣਗੇ। ਜਦੋਂ ਕਬੀਰ ਉੱਚੀ ਸੁਰ 'ਚ ਗਾਉਂਦਾ ਸੀ ਨਾ, ਤੇ ਲੋਕੀ ਇਹਨੂੰ ਠੱਠਾ ਮਕੌਲ ਕਰਦੇ ਸੀ। ਤੇ ਮਹਾਰਾਜ ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਅਸੀਂ ਕੋਈ ਉਹ ਗੀਤ ਨਹੀਂ ਗਾਉਂਦੇ ਅਸੀਂ। ਨਹੀਂ। ਬਾਬਾ ਅਤਰ ਸਿੰਘ ਗਾਉਂਦੇ ਸਨ ਸਾਡੀ ਕੌਮ 'ਚ। ਕਿਉਂ? ਅੰਦਰ ਰੰਗ ਸੋਈ ਗੁਣ ਗਾਵੇ।
ਜਿੰਨਾ ਅੰਦਰ ਪ੍ਰੇਮ ਹੋਏਗਾ, ਜਿੰਨਾ ਅੰਦਰ ਰੰਗ ਹੋਏਗਾ, ਉਨਾ ਹੀ ਅੰਦਰੋਂ ਆਵਾਜ਼ ਕੋਈ ਚੱਜ ਦੀ ਨਿਕਲੇਗੀ। ਮਾਫ ਕਰਨਾ, ਹੁਣ ਇੱਕ ਮਾਂ ਦਾ ਪੁੱਤ ਮਰ ਗਿਆ, ਉਹ ਵੀ ਰੋਂਦੀ ਹੈ, ਕੋਈ ਗੁਆਂਢਣ ਵੀ ਰੋਂਦੀ ਹੈ, ਰੋਣ 'ਚ ਫਰਕ ਨਹੀਂ ਹੈ। ਕਿਉਂ ਫਰਕ ਹੈ? ਮਾਂ ਅੰਦਰੋਂ ਰੋਂਦੀ ਹੈ, ਗੁਆਂਢਣ ਉੱਤੋਂ ਉੱਤੋਂ ਰੋਂਦੀ ਹੈ। ਉਹਦੀ ਆਵਾਜ਼ ਵਿੱਚ ਬੜਾ ਦਮ ਹੈ। ਬਾਬਾ ਅਤਰ ਸਿੰਘ ਜੀ ਜਦੋਂ ਕੀਰਤਨ ਕਰਦੇ ਸੀ, ਉਹਨਾਂ ਦੀ ਆਵਾਜ਼ ਵਿੱਚ ਬੜਾ ਦਮ ਸੀ। ਤੇ ਉਹ ਉਦੋਂ ਲੋਕੀ ਅਨਪੜ੍ਹ ਹੁੰਦੇ ਸੀ ਤੇ ਬਾਬਾ ਅਤਰ ਸਿੰਘ ਜੀ ਇੱਕੋ ਹੀ ਧਾਰਨਾ ਪੜ੍ਹਦੇ ਹੁੰਦੇ ਸੀ ਪਿੰਡਾਂ 'ਚ ਜਾ ਕੇ। ਉਹ ਮੇਰੇ ਕੋਲ ਤਾਂ ਉਨੀ ਉੱਚੀ ਸੁਰ 'ਚ ਗਾਈ ਨਹੀਂ ਜਾਣੀ। ਉਹ ਕਹਿੰਦੇ ਹੁੰਦੇ ਸੀ, ਜਪੋ ਖਾਲਸਾ ਤੁਸੀਂ ਜਗ ਦੀ ਜੋਤ ਨੂੰ, ਜਪੋ ਖਾਲਸਾ ਤੁਸੀਂ ਜਗ ਦੀ ਜੋਤ ਨੂੰ। ਜਗ ਦੀ ਜੋਤ ਤਾਂ ਰੱਬ ਹੀ ਹੈ, ਬਾਕੀ ਤੇ ਜੋਤਾਂ ਬੁੱਝ ਜਾਣੀਆਂ ਨੇ। ਔਰ ਰਾਮ ਰਹੀਮ ਦੀ ਬੁੱਝ ਜਾਣੀ ਹੈ ਜੇਲ੍ਹ 'ਚ, ਹੁਣ ਉਹਦੀ ਜੇਲ੍ਹ 'ਚ ਹੀ ਬੁੱਝ ਜਾਣੀ ਆ। ਔਰ ਨੂਰ ਮੇਲੀਆ ਜੋਤਾਂ ਜਗਾਉਂਦਾ ਹੈ, ਅਗਲਿਆਂ ਨੇ ਫਰਿੱਜ ਚਲਾਤਾ ਤੇ ਫਰਿੱਜ 'ਚ ਜੋਤਾਂ ਥੋੜ੍ਹਾ ਜਗਦੀਆਂ ਹੁੰਦੀਆਂ, ਫਰਿੱਜ 'ਚ ਜੋਤਾਂ ਬੁੱਝ ਜਾਂਦੀਆਂ। ਬਾਬਾ ਅਤਰ ਸਿੰਘ ਜੀ ਕਹਿੰਦੇ ਸੀ, ਐ ਸਿੱਖੋ ਜਪੋ ਖਾਲਸਾ ਤੁਸੀਂ ਜਗ ਦੀ ਜੋਤ ਨੂੰ, ਰੱਬ ਨੂੰ ਜਪੋ, ਰੱਬ ਨੂੰ ਧਿਆਓ, ਰੱਬ ਨੂੰ ਗਾਓ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਰੱਬ ਨੂੰ ਗਾਇਆ, ਰੱਬ ਨੂੰ ਜਪਿਆ, ਰੱਬ ਨੂੰ ਸੁਣਿਆ, ਫਿਰ ਮੈਂ ਕਹਿ ਦਿਆਂ ਜਿੰਨਾ ਖੁੱਲ੍ਹ ਕੇ ਗਾਓਗੇ ਨਾ, ਉਨਾ ਹੀ ਅੰਦਰੋਂ ਦੁੱਖ ਦੂਰ ਜਾਏਗਾ। ਜੇ ਤੁਹਾਡੇ ਗਾਉਂਦਿਆਂ ਤੁਹਾਡਾ ਅੰਦਰ ਨਹੀਂ ਨਾ ਖੁੱਲ੍ਹਾ, ਤੁਸੀਂ ਸ਼ਰਮ ਕਰਦੇ ਰਹੇ ਗਾਉਂਦੇ, ਗੁਰਦੁਆਰੇ ਬੈਠ ਕੇ ਵੀ ਸ਼ਰਮ ਕਰਦੇ ਰਹੇ ਗਾਉਣ ਵਿੱਚ। ਤੇ ਗੁਰੂ ਅਮਰਦਾਸ ਨੇ ਤੇ ਆਵਾਜ਼ ਦਿੱਤੀ ਹੈ, ਸਿੱਖਾ ਤੂੰ ਬੈਠ ਗੁਰਦੁਆਰੇ ਗਾ, ਤੂੰ ਸੰਗਰਾਂਦਾ ਨਾ ਮਨਾ, ਤੂੰ ਗਾ। ਤੇ ਮਹਾਰਾਜ ਕਹਿੰਦੇ ਨੇ, ਜਿਨੀ ਰਾਵਿਆ ਪ੍ਰਿਆਪਣਾ ਸੇ ਦਿਸਨ ਨਿਤ ਖੜੀਆਂ, ਰਤਨ ਜਵੇਰ ਲਾਲ ਹਰ ਕੰਠ ਤਿਨਾ ਜੜੀਆਂ। ਉਹਨਾਂ ਦੀ ਸੁਰਤੀ, ਉਹਨਾਂ ਦੀ ਬੁੱਧੀ ਐ ਰਤਨਾਂ ਨਾਲ ਭਰ ਜਾਂਦੀ ਹੈ, ਗਿਆਨ ਨਾਲ ਭਰ ਜਾਂਦੀ ਹੈ, ਜਿਨ੍ਹਾਂ ਨੇ ਗਾਵਿਆ, ਜਿਨ੍ਹਾਂ ਨੇ ਸੁਣਿਆ। ਮੰਗਰ ਪ੍ਰਭ ਆਰਾਧਨਾ ਸੇ ਬੋੜ ਨ ਜਨਮੜੀਆਂ। ਤੇ ਮੱਘਰ ਦਾ ਸੰਗਰਾਂਦ ਦਾ ਜਿਹੜਾ ਉਪਦੇਸ਼ ਸੀ, ਚਲੋ ਅਸੀਂ ਸੰਗਰਾਂਦ ਮੰਨਦੇ ਤਾਂ ਨਹੀਂ ਹੈ, ਸੰਗਰਾਂਦ ਦੇ ਨਾਲ ਸਿੱਖ ਕੌਮ ਦਾ ਕੋਈ ਵਾਹ ਵਾਸਤਾ ਨਹੀਂ ਹੈ। ਮੈਂ ਇਸ ਕਰਕੇ ਔਖਾ ਹੁੰਦਿਆ ਵਾਂ ਵੀ ਤੁਸੀਂ 12 ਸੰਗਰਾਂਦਾਂ ਮਨਾਉਂਦੇ ਹੋ ਤੇ 12 ਗੁਰੂਆਂ ਦੇ ਦਿਹਾੜੇ ਕਿਉਂ ਨਹੀਂ ਜੇ ਮਨਾਉਂਦੇ? ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਕੱਲ੍ਹ ਗੁਰਤਾ ਗੱਦੀ ਲੰਘਿਆ, ਥੋੜ੍ਹੇ ਦਿਨ ਹੋ ਗਏ, ਉਦਣ ਗੁਰਦੁਆਰੇ ਸਿੱਖ ਕਿਉਂ ਨਹੀਂ ਬੈਠੇ? ਉਦਣ ਗੁਰਦੁਆਰੇ ਕੜਾਹ ਕਿਉਂ ਨਹੀਂ ਤਿਆਰ ਕੀਤਾ ਗਿਆ? ਜਿੱਦਣ ਗੁਰੂ ਤੇਗ ਬਹਾਦਰ ਸ਼ਹੀਦੀ ਦਿਹਾੜਾ, ਕਿੰਨੇ ਗੁਰਦੁਆਰਿਆਂ ਦੀ ਦੇਗ ਬਣਦੀ ਹੈ? ਨਾ ਭਾਈ ਨੂੰ ਵੀ ਫਿਕਰ ਹੁੰਦਾ ਸੰਗਰਾਂਦ ਦਾ, ਤੇ ਸਿੱਖਾਂ ਨੂੰ ਵੀ ਫਿਕਰ ਹੁੰਦਾ। 2 ਦਿਨ ਪਹਿਲਾਂ ਪੁੱਛਣ ਲਾਉਂਦੇ, ਬਾਬਾ ਜੀ ਸੰਗਰਾਂਦ ਕਿੱਦਣ ਹੈ? ਕੱਲ੍ਹ ਵੀ ਪਰਸੋਂ ਮੈਨੂੰ ਪੁੱਛਿਆ ਗਿਆ, ਬਾਬਾ ਜੀ ਸੰਗਰਾਂਦ ਕਿੱਦਣ? ਮੈਂ ਢੱਠੇ ਖੂਹ ਜਾਵੇ ਤੁਹਾਡੀ ਸੰਗਰਾਂਦ, ਅਸੀਂ ਰੱਬ ਦੇ ਪੁਜਾਰੀ, ਸੰਗਰਾਂਦ ਦਾ ਕੋਈ ਅਸੀਂ ਕੀ ਲੈਣਾ? ਮਹਾਰਾਜ ਕਹਿੰਦੇ 10 ਪੁਰਬ ਸਦਾ ਦਸਹਿਰਾ। ਮਹਾਰਾਜ ਕਿਹਾ ਹਿੰਦੂ 10 ਪੁਰਬ ਮੰਨਦੇ ਨੇ, 12 ਉਹ ਸੰਗਰਾਂਦਾਂ ਮੰਨਦੇ ਨੇ। ਤੇ ਮਹਾਰਾਜ ਕਹਿੰਦੇ ਵੀ ਤੂੰ ਰੱਬ ਦੇ ਨਾਮ ਨੂੰ ਮੰਨਿਆ ਕਰ ਸਿੱਖਾ, ਰੋਜ਼ ਗੁਰਦੁਆਰੇ ਆਇਆ ਕਰ, ਤੂੰ ਰੋਜ਼ ਗੁਰੂ ਕੋਲ ਬੈਠਿਆ ਕਰ, ਤੂੰ ਸੰਗਰਾਂਦ ਵਾਲੇ ਦਿਨ ਕੜਾਹ ਨਾ ਖਾਣ ਆਇਆ ਕਰ। ਨਾ ਮੈਂ ਫੇਰ ਕਹਿ ਦਿਆਂ ਅਖੀਰ ਤੇ ਇੱਕ ਗੱਲ, ਮੁਸਲਮਾਨ ਨੂੰ ਫਿਕਰ ਹੁੰਦਾ ਹੈ ਮੇਰੀ ਨਮਾਜ਼ ਦਾ ਟਾਈਮ ਹੋ ਗਿਆ ਹੈ, ਸਿੱਖ ਨੂੰ ਫਿਕਰ ਨਹੀਂ ਗਾ 5 ਬਾਣੀਆਂ ਦਾ ਟਾਈਮ ਹੋ ਗਿਆ ਹੈ। ਮੁਸਲਮਾਨ ਨੂੰ ਫਿਕਰ ਹੈ ਮੇਰੀ ਸ਼ਾਮਾਂ ਦੀ ਨਮਾਜ਼ ਦਾ ਟਾਈਮ ਹੋ ਗਿਆ, ਸਿੱਖ ਨੂੰ ਫਿਕਰ ਨਹੀਂ ਗਾ ਰਹਿ ਰਾਸ ਦਾ ਟਾਈਮ ਹੋ ਗਿਆ ਹੈ। ਕਿਉਂ? ਸਾਨੂੰ ਉਲਝਾਇਆ ਗਿਆ ਇਹਨਾਂ ਸੰਗਰਾਂਦਾਂ ਦੇ, ਬਸ ਮਹੀਨਾ ਪਾਰ ਹੋ ਗਿਆ, ਇੱਕ ਦਿਨ ਆ ਗਏ ਤਾਂ। ਕਈ ਕਹਿੰਦੇ ਬਾਬਾ ਜੀ ਜੇ ਅਸੀਂ ਆ ਵੀ ਜਾਂਦੇ ਸੰਗਰਾਂਦ ਦੇਣ ਤੇ ਇੱਥੇ ਮੱਥਾ ਹੀ ਟੇਕਦੇ ਹਾਂ, ਬਾਣੀ ਸੁਣਦੇ, ਫੇਰ ਕੀ ਹੋ ਗਿਆ? ਔਖੇ ਕਿਉਂ ਹੋ ਰਹੇ ਹੋ? ਉਹ ਨਹੀਂ, ਤੁਹਾਡੇ ਦਿਲਾਂ ਦੇ ਜੀ ਇਹਦੇ 'ਚ ਬਹੁਤ ਵੱਡਾ ਸਤਿਕਾਰ ਵਾ ਸੰਗਰਾਂਦ ਵਾਲੇ ਦਿਨ ਦਾ। ਜਿੰਨਾ ਸੰਗਰਾਂਦ ਦਾ ਤੁਸੀਂ ਅਦਬ ਕਰਦੇ ਹੋ, ਸਤਿਕਾਰ ਕਰਦੇ ਹੋ, ਉਹਨਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਵੀ ਨਹੀਂ ਤੁਸੀਂ ਕਰਦੇ। ਜੇ ਕਰਦੇ ਹੋ ਤੇ ਕੱਲ੍ਹ ਸੋਮਵਾਰ ਸੀ, ਕੱਲ੍ਹ ਕਿਉਂ ਨਹੀਂ ਤੁਸੀਂ ਗੁਰਦੁਆਰੇ ਆਏ? ਕੱਲ੍ਹ ਨੂੰ ਬੁੱਧਵਾਰ ਹੈ, ਕੱਲ੍ਹ ਕਿਉਂ ਨਹੀਂ ਤੁਸੀਂ ਗੁਰਦੁਆਰੇ ਆਉਣਾ? ਨਹੀਂ, ਗੁਰੂ ਅਰਜਨ ਦੇਵ ਜੀ ਕਹਿੰਦੇ ਭਲ ਕੇ ਉੱਠ ਪਰਾਉਣਾ, ਸੰਗਰਾਂਦ ਵਾਲੇ ਦਿਨ ਨਹੀਂ। ਨਾ, ਭਲ ਕੇ ਉੱਠ ਪਰਾਉਣਾ ਮੇਰੇ ਘਰ ਆਓ। ਸਿੱਖਾ ਤੂੰ ਅੰਮ੍ਰਿਤ ਵੇਲੇ ਉੱਠਿਆ ਕਰ, ਤੂੰ ਗੁਰਦੁਆਰੇ ਬੈਠਿਆ ਕਰ, ਤੂੰ ਵਾਹਿਗੁਰੂ ਜਪਿਆ ਕਰ ਸੰਗਤ ਵਿੱਚ। ਤੂੰ ਤੇ ਸੰਗਰਾਂਦਾਂ ਦੇ ਚੱਕਰ 'ਚ ਘੁੰਮੀ ਜਾਂਦਾ। ਰੱਬ ਖੈਰ ਕਰੇ,
ਇਹ ਵੱਡੀਆਂ ਬਿਪਤਾਵਾਂ ਨੇ ਭਾਈ ਕੌਮ ਦੇ ਵਿੱਚ। ਇਹ ਗੱਲਾਂ ਬੜੀਆਂ ਰਿਸਕ ਵਾਲੀਆਂ ਨੇ, ਨਹੀਂ ਕੋਈ ਕਰਦਾ। ਜੇ ਕਰਦੇ ਨੇ ਤੇ ਆਹ ਮੂਰਖ ਵਿੱਚ ਕਮੈਂਟ ਵੀ ਕਰਦੇ ਨੇ। ਅਕਲ ਨੂੰ ਇਹਨਾਂ ਲੋਕਾਂ ਨੇ ਅਕਲ ਨੂੰ ਛਿੱਕੇ ਤੇ ਟੰਗਿਆ ਹੋਇਆ ਵਾ। ਇਹ ਗੁਰੂ ਗਿਆਨ ਨੂੰ ਵੀ ਨਹੀਂ ਮੰਨਦੇ ਮੂਰਖ ਲੋਕ, ਜਿਹੜੇ ਡੰਡੇ ਬੋਹਦੇ ਚੁੱਕੀ ਫਿਰਦੇ ਆ ਨਾ। ਇਹ ਮੂਰਖ ਲੋਕ ਗਿਆਨ ਨੂੰ ਨਹੀਂ ਮੰਨਦੇ। ਨਾ ਨਾ ਨਾ, ਗਿਆਨ ਨੂੰ ਮੰਨੋ ਭਾਈ। ਤੇ ਗਿਆਨ ਤੇ ਇਹੋ ਹੀ ਆ ਕਿ ਗੁਰੂ ਰਾਮਦਾਸ ਨੇ ਕਿਹਾ ਨਾ ਕਿ ਗੁਰਸਿੱਖ ਪਲ ਕੇ ਉੱਠ ਕੇ ਅੰਮ੍ਰਿਤ ਵੇਲੇ ਸਰਨ ਮੰਦਾ, ਗੁਰ ਸਤਿਗੁਰੂ ਗਾ ਜੋ ਸਿੱਖ ਖਾਏ, ਸੋ ਪਲ ਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲ ਕੇ ਪ੍ਰਭਾਤੀ। ਪ੍ਰਭਾਤ ਵੇਲੇ ਉੱਠਣ ਦਾ, ਪ੍ਰਭਾਤ ਵੇਲੇ ਗੁਰਦੁਆਰੇ ਆਉਣ ਦਾ ਹੁਕਮ ਹੈ, ਸੰਗਰਾਂਦ ਵਾਲੇ ਦਿਨ ਆਉਣ ਦਾ ਹੁਕਮ ਨਹੀਂ ਹੈ। ਪਰ ਸਿੱਖ ਅੱਜ ਗੁਰੂ ਦੇ ਹੁਕਮਾਂ ਤੋਂ ਬਾਹਰ ਹੋਇਆ ਫਿਰਦਾ। ਰੱਬ ਖੈਰ ਕਰੇ ਭਾਈ। ਸਾਡੇ ਘਰ ਸੰਗਰਾਂਦ ਨਾ ਲਿਖੀ, ਸੰਗਰਾਂਦ ਵਾਲੀ ਡਾਇਰੀ ਨਾ ਹੋਵੇ। ਸਾਡੇ ਘਰਾਂ ਵਿੱਚ ਜੀਵਨ ਬਿਉਰਾ ਲਿਖਿਆ ਹੋਵੇ 10 ਗੁਰੂਆਂ ਦਾ ਇੱਕ ਬੋਰਡ ਦੇ ਉੱਤੇ, ਕਾਗਜ਼ ਦੇ ਉੱਤੇ। ਤੇ ਸਿੱਖ ਨੂੰ 2 ਦਿਨ ਪਹਿਲਾਂ ਫਿਕਰ ਪੈ ਜਾਏ ਵੀ ਅੱਜ ਗੁਰੂ ਅੰਗਦ ਸਾਹਿਬ ਦਾ ਦਿਹਾੜਾ ਆ ਰਿਹਾ ਹੈ, ਕੱਲ੍ਹ ਨੂੰ ਪਰਸੋਂ ਨੂੰ ਆ ਰਿਹਾ ਹੈ, ਮੈਂ ਗੁਰਦੁਆਰੇ ਜਾਣਾ, ਉਦੋਂ ਦੇਗ ਕਰਾਂਗੇ, ਬੈਠਾਂਗੇ, ਗੁਰੂ ਗੁਰੂ ਜਪਾਂਗੇ, ਗੁਰੂ ਦੀਆਂ ਸਾਖੀਆਂ ਸਾਂਝੀਆਂ ਕਰਾਂਗੇ। ਸਿੱਖਾ ਤੈਨੂੰ ਤੇ ਫਿਕਰ ਹੋਣਾ ਚਾਹੀਦਾ ਸੀ। ਤੈਨੂੰ ਸੰਗਰਾਂਦ ਦਾ ਫਿਕਰ ਤੈਨੂੰ ਕਿਹਨੇ ਪਾ ਦਿੱਤਾ ਹੈ? ਇਹ ਸੰਗਰਾਂਦ ਦਾ ਸਿਆਪਾ ਤੈਨੂੰ ਕਿਹਨੇ ਪਾ ਦਿੱਤਾ ਹੈ? ਤੂੰ ਕਿਉਂ ਨਹੀਂ ਆਪਣੇ ਗੁਰੂ ਕੋ ਸੇਧ ਲਈ? ਤੂੰ ਕੇਵਲ ਮੱਥਾ ਹੀ ਟੇਕਿਆ, ਕੇਵਲ ਤੂੰ ਕੜਾਹੀ ਖਾਧਾ ਸੰਗਰਾਂਦ ਵਾਲੇ ਦਿਨ, ਕਿਉਂ ਨਹੀਂ ਸੇਧ ਲਈ ਗਿਆਨ ਕੋਲੋਂ? ਰੱਬ ਖੈਰ ਕਰੇ ਸੱਚੇ ਪਾਤਸ਼ਾਹ। ਇਹ ਗੱਲਾਂ ਵੱਡੇ ਪੱਧਰ ਤੇ ਹੋਣੀਆਂ ਚਾਹੀਦੀਆਂ, ਉਹ ਕਰਦੇ ਨਹੀਂ ਹੈ। ਤੇ ਸਾਨੂੰ ਸਿਰਖਪਤੀ ਕਰਨੀ ਪੈਂਦੀ ਇਹਨਾਂ ਲੋਕਾਂ ਨੂੰ ਵੇਖ ਕੇ ਵੀ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ। ਰੱਬ ਖੈਰ ਕਰੇ। ਮਾਰ ਸੱਚੇ ਪਾਤਸ਼ਾਹ ਨਾ ਕਹਿੰਦਾ ਦਾਸ ਕੇ ਮੰਦਾ ਜਾਚ ਕਹਿ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।